सरदार बेअंत सिंह दी जिंदगी किहो जी सी, उन्हां दी शख्सियत किहो जी सी? तुसीं काफ़ी लंबा समा उन्हां दे नाल रहे हो। सियासत दे विच एक ग्राउंड लैवल दे वर्कर सीगे। साइकिल ते ਉਹ ਦੱਸਦੇ ਹੁੰਦੇ ਸੀ ਵੀ ਮੇਰੀ ਸਾਰਾ ਜਿਹੜਾ ਕੈਰੀਅਰ ਹੈ ਈਵਨ MLA ਹੁੰਦੇ ਵੀ ਉਹ ਸਾਈਕਲ ਤੇ ਜਾਂਦੇ ਰਹੇ, ਲੋਕਾਂ ਨਾਲ ਜੁੜੇ ਰਹੇ। ਤੇ ਮਤਲਬ ਇਹ ਵੀ ਕਿਸੇ ਨੂੰ ਨਹੀਂ ਪਤਾ। ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਦਾ ਵੀ ਜਿਹੜਾ ਰਾਜੀਵ ਗਾਂਧੀ ਤੇ ਲੋਂਗੋਵਾਲ ਸਮਝੌਤਾ ਹੋਇਆ ਉਹ ਬੇਸਿਕਲੀ ਸਮਝੌਤੇ ਦਾ ਮੁੱਢ ਸਰਦਾਰ ਬੇਅੰਤ ਸਿੰਘ ਨੇ ਬੰਨਿਆ ਸੀਗਾ। ਉਹਨਾਂ ਦਾ ਇਹ ਸੀਗਾ ਵੀ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨਾਲ ਤਾਂ ਮੈਂ ਲੜ ਸਕਦਾ, ਪਰ ਮੈਂ ਆਪਣਿਆਂ ਨਾਲ ਲੜਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਦਾ ਹੀ ਮਤਲਬ ਐਨਕਾਊਂਟਰ ਬਣਾ ਕੇ ਮਾਰੀ ਜਾ ਰਹੇ ਨੇ ਵੀ ਇਹ ਬਹੁਤ ਗਲਤ ਗੱਲ ਆ। ਵੀ ਮੈਂ ਇਸ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਵੀ ਤੇ ਮੇਰੇ ਚੀਫ ਮਿਨਿਸਟਰ ਹੁੰਦੇ ਜੇ ਸਾਡੇ ਨੌਜਵਾਨਾਂ ਤੇ ਇੱਦਾਂ ਤਸ਼ੱਦਦ ਹੋਵੇ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਸਾਹਿਬ ਬੇਅੰਤ ਸਿੰਘ ਨੇ ਲਿਖ ਕੇ ਦਿੱਤਾ ਵੀ ਮੈਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਇਹੋ ਜਿਹਾ DGP ਚਾਹੀਦਾ ਜਿਹੜਾ ਕਿ ਨੌਜਵਾਨਾਂ 'ਤੇ ਤਸ਼ੱਦਦ ਨਾ ਕਰੇ। ਅਸੀਂ ਮਤਲਬ ਜਿਹੜੇ ਹੁਣ ਤੱਕ ਦੇ ਜ਼ਖਮ ਨੇ ਉਹਨਾਂ ਨੂੰ ਭਰਨ ਲਈ ਕੋਈ ਮੱਲਮ ਲਾਈ ਜਾਵੇ। ਕਾਰਨ ਰਹੇ ਕਿ ਐਡੀ ਮਹਾਨ ਸ਼ਖਸੀਅਤ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀਗੇ, ਇੱਕਦਮ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਕੀ ਕਾਰਨ ਰਹੇ, ਕੀ ਮਾਹੌਲ ਸੀ ਉਸ ਵੇਲੇ? ਮੈਂ ਤਾਂ ਇਹ ਦਾਅਵੇ ਨਾਲ ਕਹਾਂਗਾ ਉਹਨਾਂ ਨੇ ਜਾਨ ਆਪਣੀ ਇਸੇ ਕਰਕੇ ਗਵਾਈ ਕਿਉਂਕਿ ਉਹਨਾਂ ਨੇ ਇਹ ਕਹਿਤਾ ਵੀ ਇਹ DGP ਨੂੰ ਬਦਲੋ ਤੇ ਮੁੰਡਿਆਂ ਨੂੰ ਸਾਡਿਆਂ ਨੂੰ ਮਤਲਬ ਗਲਤ ਐਨਕਾਊਂਟਰ ਹੋ ਰਹੇ ਨੇ। ਮੈਂ ਸਮਝਦਾ ਵੀ ਸਾਹਿਬ ਬੇਅੰਤ ਸਿੰਘ ਦੀ ਜਿਹੜੀ ਚੀਫ ਮਿਨਿਸਟਰ ਦੀ ਕੁਰਸੀ ਸੀਗੀ ਉਹ ਸੂਲਾਂ ਦੀ ਸੇਧ ਸੀਗੀ। ਇੱਕ ਕਿਸਮ ਨਾਲ ਉਹ ਮਿੱਠੀ ਜੇਲ੍ਹ ਦੇ ਵਿੱਚ ਕੈਦ ਸੀਗੇ ਜੀ। ਉਹਨਾਂ ਨੂੰ ਇੱਕ DIG ਹੁੰਦੇ ਸੀ ਮਿਸਟਰ JP ਬਿਰਦੀ ਜੀ, ਪਟਿਆਲੇ ਵੀ SP ਰਹੇ ਨੇ। ਉਹ DIG ਸਿਕਿਉਰਿਟੀ ਸੀ। ਉਹਨਾਂ ਨੇ ਉਹਨਾਂ ਨੂੰ ਸਵੇਰੇ ਜਾ ਕੇ ਕਿਹਾ ਵੀ CM ਸਾਹਿਬ ਅੱਜ ਤੁਸੀਂ ਘਰੋਂ ਨਾ ਜਾਓ, ਵੀ ਅੱਜ ਦਾ ਦਿਨ ਤੁਹਾਡੇ ਤੇ ਬਹੁਤ ਭਾਰੀ ਆ, ਵੀ ਖਤਰਾ ਬਹੁਤ ਹੈ ਜੀ। ਉਹ ਕਹਿੰਦੇ ਵੀ ਮੈਂ ਲੋਕਾਂ ਦਾ ਨੁਮਾਇੰਦਾ ਤੇ ਜੇ ਮੈਂ ਹੀ ਡਰ ਗਿਆ ਤੇ ਫਿਰ ਲੋਕਾਂ ਦਾ ਕੀ ਬਣੇਗਾ। ਜਿਹੜੀਆਂ ਸਾਰੀਆਂ ਗੱਲਾਂ ਸ਼ੱਕੀ ਹੁੰਦੀਆਂ ਨੇ ਕਿਉਂਕਿ ਮੈਂ ਦੇਖਿਆ ਸਾਰੀਆਂ ਗੱਲਾਂ ਸ਼ੱਕੀ ਨੇ ਕਿਉਂਕਿ CM ਦਾ ਇੱਕ SP ਸੀਗਾ, CM ਸਿਕਿਉਰਿਟੀ। ਉਸ SP ਨੂੰ ਉਹ ਛੁੱਟੀ 'ਤੇ ਗਿਆ ਉਸ ਦਿਨ, ਲੇਕਿਨ ਛੁੱਟੀ ਦੇ ਹੁੰਦਿਆਂ ਉਹ ਫੇਰ ਦਫ਼ਤਰ ਆਇਆ ਤੇ ਜਦੋਂ ਇਹ ਫਿਰ ਚਲਿਆ ਗਿਆ। ਉਸ ਤੋਂ ਬਾਅਦ ਜਦੋਂ ਇੰਸੀਡੈਂਟ ਹੋ ਗਿਆ ਮਤਲਬ ਮਿਸਿਸ ਬੇਅੰਤ ਸਿੰਘ ਨੇ DGP ਨੂੰ ਕਹਿ ਕੇ ਹੰਭਲੇ ਵੀ ਉਸ ਦੀ ਇੰਟਰੋਗੇਸ਼ਨ ਕਰੋ, ਸਾਰਾ ਕੁਝ ਪਤਾ ਉਹਨੂੰ, ਕਿਸੇ ਨੇ ਉਹਨੂੰ ਕੋਈ ਐਕਸ਼ਨ ਹੀ ਨਹੀਂ ਲਿੱਤਾ। ਤੁਸੀਂ ਆਪ ਦੇਖੋ ਇੱਕ ਪੰਜਾਬ ਦਾ ਚੀਫ ਮਿਨਿਸਟਰ ਦਾ ਮਰਡਰ ਹੋਇਆ ਹੋਵੇ, ਸੈਕਟਰੀਏਟ ਦੇ ਵਿੱਚ ਹੋਇਆ ਹੋਵੇ, ਔਨ ਡਿਊਟੀ ਹੋਇਆ ਹੋਵੇ, ਇੱਕ ਵੀ ਨੈਗਲੀਜੈਂਸ ਕਰਕੇ ਇੱਕ ਵੀ ਸਿਪਾਹੀ ਸਸਪੈਂਡ ਨਹੀਂ ਕੀਤਾ। ਮੈਂ ਇਹ ਬਿਆਨ ਵੀ ਦਿੱਤੇ ਸੀਗੇ ਵੀ ਇਹ ਸਾਰਾ ਕੁਝ ਸਾਹਿਬ ਬੇਅੰਤ ਸਿੰਘ ਦਾ ਮਰਡਰ ਸ਼ੱਕੀ ਹੈ, ਵੀ ਇਹ ਇੱਦਾਂ ਹੋ ਨਹੀਂ ਸਕਦਾ ਕਿਉਂਕਿ ਤੁਸੀਂ ਦੇਖੋ ਉਹ 5:13 ਤੇ ਉਹਨਾਂ ਦਾ ਮਰਡਰ ਹੁੰਦਾ ਜੀ। 7 ਵਜੇ ਨੂੰ ਜਿਹੜਾ KPS ਗਿੱਲ ਹੈ ਉਹ ਘਰੋਂ ਆ ਕੇ ਇਹ ਕਹਿੰਦਾ ਵੀ ਜਿਹੜੀ CBI ਦੀ ਟੀਮ ਆਈ ਆ ਦਿੱਲੀ ਤੋਂ ਜੀ, ਉਹਨੇ ਇਹ ਇਨਕੁਆਇਰੀ ਕਰ ਲਈ ਵੀ ਉਹ ਜਿਹੜਾ ਮਰਡਰ ਆ ਹਿਊਮਨ ਬੰਬ ਨਾਲ ਹੋਇਆ। ਤੁਸੀਂ ਇੱਕ ਗੱਲ ਸੋਚੋ 5:13 ਤੇ ਇਹ ਇੰਸੀਡੈਂਟ ਹੁੰਦਾ, ਇਹਦਾ ਮਤਲਬ ਦਿੱਲੀ 45 ਮਿੰਟ ਲੱਗਦੇ ਨੇ ਜਹਾਜ਼ ਨੂੰ ਆਉਣ ਨੂੰ। ਇਹਦਾ ਮਤਲਬ ਟੀਮ ਪਹਿਲਾਂ ਹੀ ਤਿਆਰ ਬੈਠੀ ਸੀ ਵੀ ਉਹ ਜਿਹੜੀ ਆ ਕੇ ਪਹੁੰਚ ਗਈ, ਜਿਹਨੇ 7 ਵਜੇ ਨੂੰ ਆ ਕੇ ਮਤਲਬ ਇਨਕੁਆਇਰੀ ਵੀ ਕਰ ਲਈ, ਪੜਤਾਲ ਵੀ ਕਰ ਲਈ, KPS ਗਿੱਲ ਨੇ ਅਨਾਉਂਸ ਵੀ ਕਰ ਦਿੱਤਾ। ਇਹ ਗੱਲਾਂ ਸ਼ੱਕੀ ਨੇ। ਇਹ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਇਹਦੇ ਪਿੱਛੇ ਬਿਲਕੁਲ ਚਾਲ ਸੀਗੀ ਕੋਈ। ਇਹ ਉਸ ਜਿਸ ਦਿਨ ਤੋਂ ਸਾਹਿਬ ਬੇਅੰਤ ਸਿੰਘ ਨੇ KPS ਗਿੱਲ ਦੇ ਖਿਲਾਫ ਲੈਟਰ ਲਿਖਿਆ ਉਸ ਦਿਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਇਹ ਬਹੁਤ ਮਤਲਬ ਦੁੱਖ ਦੀ ਗੱਲ ਹੈ। ਪਰ ਪਰਿਵਾਰ ਦੀ ਮੈਂ ਇੱਕ ਬਹੁਤ ਵੱਡੀ ਵੀਕਨੈਸ ਇਹ ਦੱਸਦਾ ਵੀ ਉਹ ਦੇਖੋ 3 ਵਾਰੀ MP ਬਣ ਗਿਆ, 2 ਵਾਰ ML, ਮਤਲਬ ਸਾਰਾ ਟੱਬਰੇ ਮਤਲਬ ਉਹਦਿਆਂ ਤੇ ਰਹਿ ਗਿਆ। ਉਹ ਯਾਦਗਾਰ ਅਜੇ ਤੱਕ ਵੀ ਨਹੀਂ ਬਣੀ। ਬਹੁਤਾ ਸਮਾਂ ਉਹ ਕਾਂਗਰਸ ਭਵਨ ਦੇ ਵਿੱਚ ਬਿਤਾਉਂਦੇ ਸੀਗੇ ਤੇ ਅੱਜ ਦੀ ਜਿਹੜੀ ਅਜੋਕੀ ਰਾਜਨੀਤੀ ਆ ਉਹਦੇ ਵਿੱਚ ਵੀ ਨਵਜੋਤ ਸਿੱਧੂ ਪ੍ਰਧਾਨ ਬਣੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਉਹਨਾਂ ਦਾ ਵੀ ਕਹਿਣਾ ਹੈ ਕਿ ਮੈਂ ਵੀ ਲੋਕਾਂ ਨੂੰ ਸਮਰਪਿਤ ਹਾਂ ਤੇ ਮੈਂ ਵੀ ਆਪਣਾ ਜਿਹੜਾ ਮੰਜਾ ਬਿਸਤਰਾ ਹੈ ਉੱਥੇ ਲਾ ਲੈਣਾ ਕਾਂਗਰਸ ਭਵਨ ਦੇ। ਸ਼ੁਭ ਇਛਾਵਾਂ ਨੇ ਮੇਰੀਆਂ ਤਾਂ ਜੇ ਉਸ 'ਤੇ ਚੱਲਣ, ਪਰ ਮੇਰਾ ਨਹੀਂ ਖਿਆਲ ਆ। ਮੈਂ ਤਾਂ ਉਹਨਾਂ ਤੋਂ ਬਾਅਦ ਕਿੰਨੇ ਪ੍ਰਧਾਨ ਦੇਖ ਲਏ। ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋ ਵੀ ਬਣਿਆ ਸੀ, ਉਹ ਵੀ ਮਤਲਬ ਗਰਾਊਂਡ ਲੈਵਲ ਦਾ ਸੀ। ਕਈ ਬਣੇ, ਪ੍ਰਤਾਪ ਸਿੰਘ ਬਾਜਵਾ ਵੀ ਬਣਿਆ, ਪਰ ਉਹ ਜਿਹੜੀ ਉਹ ਜੀਵਨ ਆ ਉੱਥੇ ਕੋਈ ਇੱਕ ਰਾਤ ਵੀ ਨਹੀਂ ਰਿਹਾ। ਉਹਨਾਂ ਦੇ ਕਮਰੇ 'ਚ ਕੋਈ ਨਹੀਂ ਰਿਹਾ। ਜੇ ਕੋਈ ਰਹਿਣਗੇ ਤਾਂ ਬਹੁਤ ਚੰਗੀ ਗੱਲ ਹੈ। ਲੋਕਾਂ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਇੱਛਾ ਸੀਗੀ ਮੈਂ ਪੰਜਾਬ ਦੇ ਵਿੱਚ ਕੋਈ ਸੁਧਾਰ ਲਿਆ ਸਕਾਂ ਤੇ ਸੇਵਾ ਕਰ ਸਕਾਂ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। 31 ਅਗਸਤ 1995 ਨੂੰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਪਹਿਲੂਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ DPRO ਸਰਦਾਰ ਉਜਾਗਰ ਸਿੰਘ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਪਹਿਲੂਆਂ ਬਾਰੇ। ਉਜਾਗਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ। ਉਜਾਗਰ ਸਿੰਘ ਜੀ, ਸਭ ਤੋਂ ਪਹਿਲਾਂ ਇਹੀ ਸਵਾਲ ਕਿ ਸਰਦਾਰ ਬੇਅੰਤ ਸਿੰਘ ਦੀ ਜ਼ਿੰਦਗੀ ਕਿਹੋ ਜਿਹੀ ਸੀ, ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ? ਤੁਸੀਂ ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਹੋ। ਹਾਂਜੀ ਧਰਮਿੰਦਰ ਜੀ, ਮੈਂ ਉਹਨਾਂ ਦੇ ਨਾਲ ਲੋਕ ਸੰਪਰਕ ਅਫਸਰ ਹੋਣ ਦੇ ਨਾਤੇ ਬਹੁਤ ਨੇੜੇ ਰਿਹਾ ਕਿ ਮੈਂ ਆਪਣੀ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ। ਉਹ ਇੱਕ ਸਧਾਰਨ ਜਿਹੜਾ ਮੀਡੀਅਮ ਆਪਣਾ ਕਿਸਾਨ ਹੁੰਦਾ ਉਹਨਾਂ ਦੇ ਪਰਿਵਾਰ ਵਿੱਚੋਂ ਸੀ, ਪਰ ਉਹ ਸਾਰਾ ਪਰਿਵਾਰ ਫੌਜੀ ਸੀਗਾ। ਉਹ ਜੀ, ਉਹਨਾਂ ਦੇ ਫਾਦਰ ਵੀ ਫੌਜੀ ਸੀਗੇ ਤੇ ਉਹਨਾਂ ਦੇ 2 ਭਰਾ ਸੀਗੇ ਵੱਡੇ, ਉਹ ਵੀ ਫੌਜੀ ਸੀਗੇ ਤੇ ਉਹ ਆਪ ਵੀ ਥੋੜ੍ਹੀ ਦੇਰ ਉਹਨਾਂ ਦੇ ਫੌਜ ਵਿੱਚ ਨੌਕਰੀ ਕੀਤੀ ਹੈ। ਇੱਕ ਆਮ ਸਧਾਰਨ ਜਿਵੇਂ ਪਰਿਵਾਰ ਸੀਗਾ, ਲੇਕਿਨ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਪਿੰਡ ਦੇ ਬਿਲਾਸਪੁਰ ਪਿੰਡ ਦੇ ਉਹ ਸਰਪੰਚ ਬਣ ਗਏ। ਉਹਨਾਂ ਦਾ ਜੱਦੀ ਪਿੰਡ ਬਿਲਾਸਪੁਰ ਸੀਗਾ, ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਕਿਸੇ ਮੌਕੇ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੁੰਦਾ ਸੀਗਾ ਤੇ ਉਹ ਸਰਪੰਚ ਤੋਂ ਬਾਅਦ ਪੌੜੀ ਦਰ ਪੌੜੀ, ਬਲਾਕ ਸੰਮਤੀ, ਫਿਰ ਜ਼ਿਲ੍ਹਾ ਪ੍ਰੀਸ਼ਦ ਬਣਦੇ ਬਣਾਉਂਦੇ ਡਾਇਰੈਕਟਰ ਸੈਂਟਰਲ ਕੋਆਪਰੇਟਿਵ ਬੈਂਕ। ਉਹਨਾਂ ਦਾ ਸਿਆਸਤ ਵਿੱਚ ਰੁਚੀ ਉਹਨਾਂ ਦੀ ਵੱਧਦੀ ਗਈ ਤੇ ਉਸ ਤੋਂ ਬਾਅਦ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਤੇ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ 1967 ਦੇ ਵਿੱਚ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਜੀ, ਪਰ ਉਸ ਟਾਈਮ ਸਰਦਾਰ ਗਿਆਨ ਸਿੰਘ ਰਾੜੇਵਾਲਾ ਸੀ ਜਿਹੜੇ, ਉਹ ਕਾਂਗਰਸ ਚੋਂ ਅਕਾਲੀ ਦਲ ਵਿੱਚ ਆ ਗਏ। ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਜੀ। ਫਿਰ ਇਹ ਆਜ਼ਾਦ ਦੇ ਉਮੀਦਵਾਰ ਦੇ ਤੌਰ 'ਤੇ ਲੜੇ ਸੀਗੇ ਤੇ ਕਾਂਗਰਸ ਦਾ ਉਮੀਦਵਾਰ ਇਹਨਾਂ ਦੇ ਹੱਕ ਦੇ ਵਿੱਚ ਓਮ ਪ੍ਰਕਾਸ਼ ਵੈਕਟਰ ਆਪਣੇ ਕਾਗਜ਼ੇ ਵਾਪਸ ਲੈ ਗਿਆ ਸੀ, ਕਿਉਂਕਿ ਇਹ ਲੀਡਰ ਬੜੇ ਸਟਰੋਂਗ ਸੀਗੇ ਤੇ ਪਹਿਲੀ ਵਾਰ ਇਹ ਉਦੋਂ ਉੱਥੋਂ ਚੋਣ ਜਿੱਤੇ ਸੀ 22 ਇਲੈਕਸ਼ਨ ਦੇ ਵਿੱਚ। ਉਸ ਤੋਂ ਬਾਅਦ 1969 ਹੋਇਆ, 72 ਹੋਇਆ, 80 ਹੋਇਆ, ਇਹ ਸਾਰੀਆਂ ਚੋਣਾਂ ਇਹ ਪੈਲ ਹਲਕੇ ਤੋਂ ਜਿੱਤੇ ਜੀ। ਤੇ ਸਿਆਸਤ ਦੇ ਵਿੱਚ ਇਹ ਗਰਾਊਂਡ ਲੈਵਲ ਦੇ ਵਰਕਰ ਸੀਗੇ। ਸਾਈਕਲ 'ਤੇ ਉਹ ਦੱਸਦੇ ਹੁੰਦੇ ਸੀ ਵੀ ਮੇਰੀ ਸਾਰਾ ਜਿਹੜਾ ਕੈਰੀਅਰ ਹੈ, ਈਵਨ MLA ਹੁੰਦੇ ਵੀ ਉਹ ਸਾਈਕਲ 'ਤੇ ਜਾਂਦੇ ਰਹੇ, ਲੋਕਾਂ ਨਾਲ ਜੁੜੇ ਰਹੇ ਜੀ। ਤੇ ਜਦੋਂ MLA ਬਣ ਕੇ ਈਵਨ ਚੰਡੀਗੜ੍ਹ ਵੀ ਜਾਣਾ ਸੀ ਤਾਂ ਉਹ ਬੱਸ ਦੇ ਵਿੱਚ ਜਾਂਦੇ ਸੀ। ਜੇ ਲੋਕਾਂ ਦੇ ਕਿਸੇ ਕੰਮ ਹੁੰਦੇ ਸੀ ਤਾਂ ਰਿਕਸ਼ੇ 'ਚ ਬੈਠ ਵੀ ਚਲੇ ਜਾਂਦੇ ਸੀਗੇ। ਇਸ ਕਰਕੇ ਬਹੁਤ ਸਧਾਰਨ ਫੈਮਿਲੀ ਸੀਗੀ, ਲੇਕਿਨ ਉਹ ਲੋਕਾਂ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਇੱਛਾ ਸੀਗੀ ਮੈਂ ਪੰਜਾਬ ਦੇ ਵਿੱਚ ਕੋਈ ਸੁਧਾਰ ਲਿਆ ਸਕਾਂ ਤੇ ਸੇਵਾ ਕਰ ਸਕਾਂ। ਇਸ ਤੋਂ ਫਿਰ ਮਾਰਚ 1986 ਦੇ ਵਿੱਚ ਜੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ, ਉਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਹੁੰਦਾ ਸੀ, ਉਹਨਾਂ ਨੇ ਬਣਾਤਾ। ਉਹ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਇੰਨੇ ਹਾਲਾਤ ਮਾੜੇ ਸੀਗੇ ਤੇ ਬਹੁਤ ਬੁਰਾ ਹਾਲ ਸੀਗਾ, ਅਫਰਾ ਤਫਰੀ ਦੇ ਹਾਲਾਤ ਸੀਗੇ। ਇਹੋ ਜਿਹੇ ਹਾਲਾਤ ਦੇ ਵਿੱਚ ਇੱਕ ਪ੍ਰਧਾਨ ਬਣ ਕੇ ਤੇ ਕਾਂਗਰਸ ਦਾ, ਉਹ ਵੀ ਜਦੋਂ ਪ੍ਰੈਜ਼ੀਡੈਂਟ ਰੂਲ ਸੀਗਾ ਜੀ, ਤੇ ਉਹਨਾਂ ਲਈ ਬਹੁਤ ਮੁਸ਼ਕਿਲਾਂ ਹੋਈਆਂ। ਉਹਨਾਂ ਨੇ ਸਾਰਾ ਪੰਜਾਬ ਗਾਹ ਮਾਰਿਆ ਤੇ ਇਸੇ ਤਰੀਕੇ ਨਾਲ ਫਿਰ ਉਹ 92 ਦੇ ਵਿੱਚ 92 ਦੇ ਵਿੱਚ ਪਰੰਤੂ ਉਹ ਲੜੇ ਇਲੈਕਸ਼ਨ ਜਲੰਧਰ ਕੈਂਟ ਤੋਂ ਜੀ, ਉੱਥੋਂ MLA ਬਣ ਗਏ ਤੇ 26 ਫਰਵਰੀ 1992 ਨੂੰ ਉਹ ਪੰਜਾਬ ਦੇ ਚੀਫ ਮਿਨਿਸਟਰ ਬਣ ਗਏ। ਇਹ ਇਹਨਾਂ ਦਾ ਜਿਹੜਾ ਉਹਨਾਂ ਦਾ ਸੰਖੇਪ ਜਿਹੜਾ ਹੈ ਸਿਆਸਤ ਦਾ ਜੀਵਨ ਹੈ ਜੀ। ਉਜਾਗਰ ਸਿੰਘ ਜੀ, ਕੀ ਕਾਰਨ ਰਹੇ ਕਿ ਐਡੀ ਮਹਾਨ ਸ਼ਖਸੀਅਤ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀਗੇ, ਇੱਕਦਮ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ? ਕੀ ਕਾਰਨ ਰਹੇ, ਕੀ ਮਾਹੌਲ ਸੀ ਉਸ ਵੇਲੇ? ਇਹ ਧਰਮਿੰਦਰ ਜੀ ਬਹੁਤ ਮਤਲਬ ਹੁਣ ਤੁਸੀਂ ਸਵਾਲ ਕਰ ਲਿਆ, ਸਵਾਲ ਤਾਂ ਬਹੁਤ ਮਹੱਤਵਪੂਰਨ ਹੈ ਤੇ ਲੇਕਿਨ ਬਹੁਤ ਸੰਜੀਦਾ ਵੀ ਹੈ ਤੇ ਇਸ ਦੇ ਨਤੀਜੇ ਵੀ ਬੜੇ ਖਤਰਨਾਕ ਨਿਕਲ ਸਕਦੇ ਨੇ। ਤੇ ਸਭ ਪਤਾ ਹੀ ਹੈ ਵੀ ਉਹ ਇੱਕ ਸਫਲ ਚੀਫ ਮਿਨਿਸਟਰ ਸੀਗੇ। ਉਹ ਆਮ ਤੌਰ 'ਤੇ ਕਹਿੰਦੇ ਹੁੰਦੇ ਕਿ ਮੇਰੀ ਡਿਊਟੀ ਉਹਨਾਂ ਦੇ ਨਾਲ ਸੀ, ਐਜ਼ PRO ਮੈਂ ਉਹਨਾਂ ਨਾਲ ਕੰਮ ਕੀਤਾ ਜੀ। ਤੇ ਉਹ ਕਹਿੰਦੇ ਹੁੰਦੇ ਸੀ ਵੀ ਪ੍ਰਤਾਪ ਸਿੰਘ ਕੈਰੋਂ ਨੇ ਇਕੱਲੇ ਡਿਵੈਲਪਮੈਂਟ ਦੇ ਫੀਲਡ ਦੇ ਵਿੱਚ ਕੰਮ ਕੀਤਾ ਤੇ ਉਹ ਡਿਵੈਲਪਮੈਂਟ ਕਰਾਈ, ਬਹੁਤ ਵਧੀਆ ਕੰਮ ਕੀਤਾ। ਲੇਕਿਨ ਜਦੋਂ ਮੈਨੂੰ ਮੌਕਾ ਮਿਲਿਆ, ਮੈਨੂੰ ਇਹੋ ਜਿਹੇ ਮੌਕੇ ਮਿਲਿਆ ਵੀ ਅਫਰਾ ਤਫਰੀ ਦੇ ਹਾਲਾਤ 'ਚ ਮੈਨੂੰ ਚੀਫ ਮਿਨਿਸਟਰ ਦਾ ਕੰਡਿਆਂ ਦਾ ਤਾਜ ਮਿਲਿਆ ਜੀ। ਤੇ ਇਹ ਤਾਜ ਆ ਜਿਹੜਾ ਵੀ ਕੰਡਿਆਂ ਦਾ, ਇਹ ਬਹੁਤ ਮੁਸ਼ਕਿਲ ਹੈ। ਨੰਬਰ 1 ਤਾਂ ਮੈਂ ਅਮਨ ਤੇ ਸ਼ਾਂਤੀ ਲਿਆਉਣੀ ਹੈ ਤੇ ਦੂਜੇ ਫਿਰ ਮੈਂ ਡਿਵੈਲਪਮੈਂਟ ਕਰ ਰਿਹਾ ਜੀ। ਪਰ ਧਰਮਿੰਦਰ ਜੀ ਜਿਹੜੀ ਅਮਨ ਤੇ ਸ਼ਾਂਤੀ ਲਿਆਉਣ ਦਾ ਜਿਹੜਾ ਉਹਨਾਂ ਦਾ ਮੰਤਵ ਸੀਗਾ ਉਹ ਬਹੁਤ ਕਲੀਅਰ ਸੀਗੇ, ਕਿਉਂਕਿ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਵੀ ਇਹੋ ਜਿਹੇ ਹਾਲਾਤ 'ਚ ਤੁਸੀਂ ਕਿਸ ਤਰ੍ਹਾਂ ਕਰੋਗੇ।
ਉਹਨਾਂ ਦਾ ਇਹ ਸੀਗਾ ਵੀ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨਾਲ ਤਾਂ ਮੈਂ ਲੜ ਸਕਦਾ, ਪਰ ਮੈਂ ਆਪਣਿਆਂ ਨਾਲ ਲੜਨਾ ਮੇਰੇ ਲਈ ਬਹੁਤ ਮੁਸ਼ਕਲ ਹੈ ਜੀ। ਕਿਉਂਕਿ ਉਹ ਕਹਿੰਦੇ ਵੀ ਸਾਡੇ ਮੁੰਡੇ ਹੀ ਨੇ ਇਹ, ਸਾਡੇ ਆਪਣੇ ਹੀ ਨੇ ਇਹ, ਵੀ ਇਹਨਾਂ ਨੂੰ ਸਮਝਾ ਬੁਝਾ ਕੇ ਸਿੱਧੇ ਰਸਤੇ ਪਾਇਆ ਜਾਵੇ। ਉਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਕਈ ਲੋਕ ਕਹਿੰਦੇ ਨੇ ਵੀ ਨਹੀਂ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਲੋਕ ਦੇਖੋ, ਹਰ ਇੱਕ ਬੰਦੇ ਦਾ ਕਿਸੇ ਵੀ ਬੰਦੇ ਬਾਰੇ ਜਿਹੜਾ ਵਿਚਾਰ ਹੁੰਦੇ ਨੇ ਉਹ ਵੱਖਰੇ ਵੱਖਰੇ ਹੁੰਦੇ ਨੇ, ਕਿਉਂਕਿ ਜਿੰਨਾ ਕਿਸੇ ਨੂੰ ਪਤਾ ਹੁੰਦਾ ਉਨੀ ਕਿ ਅਗਲਾ ਗੱਲ ਕਰਦਾ ਜੀ। ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਸ਼ਾਂਤੀ ਆ ਜਾਵੇ, ਇਹਨਾਂ ਨੂੰ ਸਿੱਧੇ ਰਸਤੇ ਲਿਆਂਦਾ ਜਾਵੇ ਮੁੰਡਿਆਂ ਨੂੰ। ਤੇ ਮਤਲਬ ਇਹ ਵੀ ਕਿਸੇ ਨੂੰ ਨਹੀਂ ਪਤਾ। ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਦਾ ਜੀ ਵੀ ਜਿਹੜਾ ਰਾਜੀਵ ਗਾਂਧੀ ਤੇ ਲੌਂਗੋਵਾਲ ਸਮਝੌਤਾ ਹੋਇਆ, ਉਹ ਬੇਸਿਕਲੀ ਸਮਝੌਤੇ ਦਾ ਮੁੱਢ ਸਰਦਾਰ ਬੇਅੰਤ ਸਿੰਘ ਨੇ ਬੰਨ੍ਹਿਆ ਸੀਗਾ ਜੀ। ਉਹ ਤੁਸੀਂ ਕਹੋਗੇ ਕਿਵੇਂ? ਸਾਡੇ ਪੈਲ ਹਲਕੇ ਤੋਂ ਇੱਕ ਸਰਦਾਰ ਹਰਨੇਕ ਸਿੰਘ ਮੰਗੇਵਾਲ ਹੁੰਦੇ ਸੀ, 92 'ਚ ਉਹ MLA ਵੀ ਬਣੇ ਉੱਥੋਂ। ਤੇ ਉਹਨਾਂ ਦੀ ਸੰਤ ਲੌਂਗੋਵਾਲ ਦਾ ਜਿਹੜਾ ਭਰਾ ਸੀਗਾ ਸ਼ੇਰ ਸਿੰਘ, ਸ਼ਾਇਦ ਭਤੀਜਾ ਸੀ ਜਾਂ ਭਰਾ ਸੀ, ਉਹਦੇ ਨਾਲ ਬਹੁਤ ਦੋਸਤੀ ਸੀ। ਉਹਦੇ ਰਾਹੀਂ ਉਹਨਾਂ ਨੇ ਸੰਤ ਲੌਂਗੋਵਾਲ ਨੂੰ ਜਾ ਕੇ ਬੇਨਤੀ ਕੀਤੀ ਵੀ ਰਾਜੀਵ ਗਾਂਧੀ ਤੇ ਸਮਝੌਤਾ ਕਰਨਾ ਚਾਹੁੰਦਾ, ਵੀ ਤੁਸੀਂ ਸਮਝੌਤਾ ਕਰ ਲਓ। ਤੇ ਉਹ ਗਵਰਨਰੀ ਰਾਜ ਸੀ, ਤੁਹਾਨੂੰ ਪਤਾ ਹੀ ਹੈ ਵੀ ਇਹ ਜਦੋਂ ਇਹੋ ਜਿਹਾ ਮੌਕਾ ਹੁੰਦਾ, ਇਹ ਕਾਂਗਰਸੀ ਖਾਸ ਤੌਰ ਤੇ ਕ੍ਰੈਡਿਟ ਲੈਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੀ ਬਾਜੀ ਸਾਰੀ ਉਹਨਾਂ ਦੇ ਹੱਥੋਂ ਲੈ ਕੇ ਸਿਧਾਰਥ ਸ਼ੰਕਰ ਰੇ, ਜਿਹੜੇ ਮੇਰੇ ਖਿਆਲ ਸ਼ਾਇਦ ਅਰਜਨ ਸਿੰਘ ਜੀ, ਚਲੋ ਗਵਰਨਰ ਨੇ, ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਪਾਸੇ ਕਰਕੇ ਡਾਇਰੈਕਟ ਲੌਂਗੋਵਾਲ ਨਾਲ ਕੁਛ ਡਾਕਟਰ ਅਤਰ ਸਿੰਘ ਜਿਹੜੇ ਵਿਦਵਾਨ ਸੀਗੇ ਪੰਜਾਬ ਯੂਨੀਵਰਸਿਟੀ, ਉਹਦੇ ਰਾਹੀਂ ਮਤਲਬ ਉਹਨਾਂ ਨੂੰ ਉਹ ਹਾਈਜੈਕ ਕਰਕੇ ਤੇ ਉਹਨਾਂ ਨੇ ਲਿਜਾ ਕੇ ਸਮਝੌਤਾ ਕਰਾਇਆ। ਉਹ ਸ਼ਾਂਤੀ ਚਾਹੁੰਦੇ ਸੀ, ਉਹ ਮੁੰਡਿਆਂ ਨਾਲ ਲੜਨਾ ਸੀ ਚਾਹੁੰਦੇ। ਉਹਨਾਂ ਨੂੰ ਇਹ ਵੀ ਪਤਾ ਸੀ ਜਿਹੜੀ ਪੰਜਾਬ ਦੀ ਸਮੱਸਿਆ ਹੈ, ਇਹ ਸਮੱਸਿਆ ਬੇਰੁਜ਼ਗਾਰੀ ਦੀ ਸਮੱਸਿਆ, ਇਹ ਇਕਨੋਮਿਕ ਸਮੱਸਿਆ ਹੈ, ਇਹ ਕੋਈ ਹੋਰ ਸਮੱਸਿਆ ਨਹੀਂ ਹੈ। ਪਰ ਇਸ ਨੂੰ ਪੁਲਿਸ ਨੇ ਜਿਹੜਾ ਜਦੋਂ ਹੈਂਡਲ ਕੀਤਾ, ਹੁਣ ਤੁਸੀਂ ਕਹੋਗੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਕਿਉਂ ਇੱਦਾਂ ਹੋਇਆ, ਜਿਹੜਾ ਹੈਂਡਲ ਕੀਤਾ ਪੁਲਿਸ ਨੇ, ਉਹ ਮੈਂ ਸਮਝਦਾ ਉਹ ਠੀਕ ਢੰਗ ਨਾਲ ਨਹੀਂ ਕੀਤਾ, ਕਿਉਂਕਿ ਮੈਂ ਉਹਨਾਂ ਦੇ ਨਾਲ ਸੀ, ਜਿਹੇ ਜਿਹੇ ਹਾਲਾਤ 'ਚ ਦੇਖਿਆ, ਤੇ ਉਹ ਬਹੁਤ ਉਹਨਾਂ ਨੇ ਗਲਤ ਢੰਗ ਨਾਲ ਹੈਂਡਲ ਕੀਤਾ। ਉਹਨਾਂ ਨੂੰ ਚਾਹੀਦਾ ਸੀਗਾ ਵੀ ਚੀਫ ਮਿਨਿਸਟਰ ਦੀ ਗਾਈਡੈਂਸ ਦੇ ਨਾਲ ਚੱਲਦੇ ਜੀ, ਪਰ ਉਹਨਾਂ ਨੇ ਸ਼ੁਰੂ ਵਿੱਚ ਤਾਂ ਦੇਖਿਆ ਵੀ ਜਦੋਂ ਪੁਲਿਸ ਜਦੋਂ ਆਪ ਮੁਹਾਰੀ ਹੋ ਗਈ, ਫਿਰ ਉਹਨਾਂ ਨੂੰ ਮਤਲਬ ਕੌੜਾ ਜਿਵੇਂ ਕਹਿੰਦੇ ਅੱਕ ਚੱਬਣਾ ਪਿਆ। ਉਹ ਜਾ ਕੇ ਨਰਸਿਮਹਾ ਰਾਓ ਨੂੰ ਮਿਲੇ, ਪ੍ਰਾਈਮ ਮਿਨਿਸਟਰ ਸੀਗਾ। ਪ੍ਰਾਈਮ ਮਿਨਿਸਟਰ ਨਾਲ ਮੈਂ ਤੁਹਾਨੂੰ ਹੋਰ ਦੱਸਦਾ, ਉਹਨਾਂ ਦੀ ਬਹੁਤ ਦੋਸਤੀ ਸੀਗੀ। ਲੋਕ ਚਾਹੇ ਕੁਛ ਕਰਨ, ਜਦੋਂ ਪ੍ਰਾਈਮ ਮਿਨਿਸਟਰ 92 ਚਾਹੇ ਪ੍ਰੈਜ਼ੀਡੈਂਟ ਬਣੇ ਨੇ ਚੀਫ ਮਿਨਿਸਟਰ, ਉਦੋਂ ਵੀ ਹਰਚਰਨ ਸਿੰਘ ਬਰਾੜ ਨੇ ਆਪਣਾ ਪੱਤਾ ਖੇਡਿਆ ਸੀ ਕਿ ਉਹ ਪੈਸੇ ਵਾਲੇ ਬੜੇ ਪੱਤੇ ਖੇਡਦੇ ਨੇ ਵੀ ਅਸੀਂ ਚੀਫ ਮਿਨਿਸਟਰ ਬਣੀਏ। ਈਵਨ ਤੁਸੀਂ ਦੇਖੋ, ਇਹ ਲੋਕ ਹੈਰਾਨ ਹੋਣਗੇ ਜਿਹੜੀ ਮੈਂ ਗੱਲ ਕਰ ਰਿਹਾ, ਗਿਆਨੀ ਜੈਲ ਸਿੰਘ, ਜਿਹਨੂੰ ਸਾਹਿਬ ਬੇਅੰਤ ਸਿੰਘ ਆਪਣਾ ਮੈਂਟਰ ਸਮਝਦੇ ਸੀ ਸਿਆਸੀ, ਗਿਆਨੀ ਜੈਲ ਸਿੰਘ ਹਰਚਰਨ ਬਰਾੜ ਦੀ ਪਿੱਠ ਤੇ ਆ ਗਏ, ਕਹਿੰਦੇ ਵੀ ਇਹਨੂੰ ਨਰਸਿਮਹਾ ਰਾਓ ਨੂੰ ਉਹਨਾਂ ਨੇ ਕਿਹਾ ਵੀ ਉਹਨੂੰ ਚੀਫ ਮਿਨਿਸਟਰ ਬਣਾਇਆ ਜਾਵੇ। ਪਰ ਕਿਉਂਕਿ ਦੋਸਤੀ ਸੀ, ਉਹ ਚੀਫ ਮਿਨਿਸਟਰ ਬਣ ਗਏ। ਉਹ ਨਰਸਿਮਹਾ ਰਾਓ ਕੋਲ ਗਏ, ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਹੈ, ਦੇਖੋ ਜਿੱਥੋਂ ਤੱਕ ਸ਼ਾਂਤੀ ਲਿਆਉਣ ਦੀ ਗੱਲ ਸੀ, ਪੰਜਾਬ ਦੇ ਹਾਲਾਤ ਬਹੁਤ ਸਾਜ਼ਗਾਰ ਹੋ ਗਏ, ਸ਼ਾਂਤੀ ਹੋ ਗਈ ਹੁਣ, ਤੇ ਹੁਣ ਪੁਲਿਸ ਨੂੰ ਇਹ ਸਮਝਾਇਆ ਜਾਵੇ। ਪੁਲਿਸ ਆਪ ਮੁਹਾਰੀ ਹੋਈ ਪਈ ਹੈ ਵੀ ਮੈਨੂੰ ਜਵਾਬ ਦਿੰਦੀ ਨਹੀਂ, ਪਰ ਕਰਦੇ ਮਨਮਰਜ਼ੀ ਨੇ ਉਹ। ਤੇ ਵੀ ਜਿਹੜੇ ਨੌਜਵਾਨ ਨੇ ਪੰਜਾਬ ਦੇ, ਉਹਨਾਂ ਦਾ ਹੀ ਮਤਲਬ ਐਨਕਾਊਂਟਰ ਬਣਾ ਕੇ ਮਾਰੀ ਜਾ ਰਹੇ ਨੇ। ਵੀ ਇਹ ਬਹੁਤ ਗਲਤ ਗੱਲ ਆ, ਵੀ ਮੈਂ ਇਸ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਵੀ, ਤੇ ਮੇਰੇ ਚੀਫ ਮਿਨਿਸਟਰ ਹੁੰਦੇ ਜੇ ਸਾਡੇ ਨੌਜਵਾਨਾਂ 'ਤੇ ਇੱਦਾਂ ਤਸ਼ੱਦਦ ਹੋਵੇ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਨੇ ਇੰਟਰਨਲ ਸਿਕਿਉਰਿਟੀ ਮਿਨਿਸਟਰ ਸੀ ਰਜੇਸ਼ ਪੈਲਟ, ਉਹਨਾਂ ਨੇ ਫੋਨ ਕੀਤਾ ਵੀ ਸਰਦਾਰ ਬੇਅੰਤ ਸਿੰਘ ਨੂੰ ਮੈਂ ਭੇਜ ਰਿਹਾ, ਤੇ ਇਹਨਾਂ ਦੀ ਗੱਲ ਸੁਣੋ, ਤੇ ਇਹ ਜੋ ਚਾਹੁੰਦੇ ਨੇ ਉਹ ਕਰੋ। ਲੇਕਿਨ ਜਦ ਉਹ ਜਾ ਕੇ ਰਜੇਸ਼ ਪੈਲਟ ਨੂੰ ਮਿਲੇ, ਉਹ ਰਜੇਸ਼ ਪੈਲਟ ਨੇ ਐਸਾ ਮਤਲਬ ਪੈਂਤੜਾ ਖੇਡਿਆ, ਉਹ ਕਹਿੰਦੇ ਵੀ ਅਸੀਂ ਕਰ ਤਾਂ ਦਿੰਦੇ ਹਾਂ, ਪਰ ਤੁਸੀਂ ਸਾਨੂੰ ਲਿਖ ਕੇ ਦਿਓ ਵੀ ਜਿਹੜਾ DGP ਹੈ ਵੀ ਉਹਨੂੰ ਲਿਖ ਕੇ ਦਿਓ ਵੀ ਉਹਨੂੰ ਬਦਲ ਦਿਓ, ਤੇ ਫਿਰ ਹਾਲਾਤ ਠੀਕ ਹੋਣਗੇ। ਉਹਨਾਂ ਨੇ ਕਿਹਾ ਵੀ ਮੈਂ ਬਦਲ ਦੀ ਗੱਲ ਤਾਂ ਨਹੀਂ ਕਰਦਾ, ਪਰ ਤੁਸੀਂ ਜੇ ਉਹਨੂੰ ਸਮਝਾ ਦਿਓ, ਸਮਝਾਉਣ ਨਾਲ ਜੇ ਗੱਲ ਹੋ ਸਕਦੀ ਆ ਤਾਂ ਠੀਕ ਹੈ। ਇਹ ਠੀਕ ਹੈ ਵੀ KPS ਗਿੱਲ ਜਿਹੜਾ ਐਡਮਿਨਿਸਟ੍ਰੇਟਰ ਬਹੁਤ ਤਕੜਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਐਡਮਿਨਿਸਟ੍ਰੇਟਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਨੌਜਵਾਨਾਂ ਨੂੰ ਉਹਨਾਂ ਦਾ ਸਹਿਯੋਗ ਲਿਆ ਜਾਵੇ, ਉਹਨਾਂ ਨੂੰ ਮੇਨ ਸਟਰੀਮ 'ਚ ਲਿਆਂਦਾ ਜਾਵੇ, ਜਿਵੇਂ ਸ਼ੁਰੂ ਦੇ ਵਿੱਚ ਕੀਤਾ ਸੀ। ਤੁਹਾਡੇ ਯਾਦ ਹੋਣਾ, ਸਭ ਤੋਂ ਪਹਿਲਾਂ ਜਿਹੜਾ ਸਿਵੀਆ ਸੀਗਾ ਇੱਕ ਸੋ ਕਾਲਡ ਜਿਹਨੂੰ ਮਿਲੀਟੈਂਟ ਕਹਿੰਦੇ, ਉਹਨੇ ਸਰੈਂਡਰ ਕੀਤਾ ਸੀਗਾ।
ਉਦੋਂ ਵੀ ਤਾਂ ਸਿਕਿਉਰਿਟੀ ਫੋਰਸਿਸ ਨੇ ਜਾਂ ਗੁਪਤਚਰ ਏਜੰਸੀਆਂ ਨੇ ਸਹਿਯੋਗ ਦਿੱਤਾ, ਬਹੁਤ ਸਾਰੇ ਬੰਦਿਆਂ ਤੋਂ ਸਰੈਂਡਰ ਕਰਵਾਇਆ ਜੀ। ਉਹਨਾਂ ਨੇ ਇਹ ਗੱਲ ਕਹੀ ਪਰ ਉਹ ਨਹੀਂ ਮੰਨੇ। ਉਹਨਾਂ ਤੋਂ ਕਹਿੰਦੇ ਤੁਸੀਂ ਲਿਖ ਕੇ ਦਿਓ। ਫਿਰ ਸਾਹਿਬ ਬੇਅੰਤ ਸਿੰਘ ਨੇ ਲਿਖ ਕੇ ਦਿੱਤਾ ਵੀ ਮੈਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਇਹੋ ਜਿਹਾ DGP ਚਾਹੀਦਾ ਜਿਹੜਾ ਕਿ ਨੌਜਵਾਨਾਂ 'ਤੇ ਤਸ਼ੱਦਦ ਨਾ ਕਰੇ। ਅਸੀਂ ਮਤਲਬ ਜਿਹੜੇ ਹੁਣ ਤੱਕ ਦੇ ਜ਼ਖਮ ਨੇ ਉਹਨਾਂ ਨੂੰ ਭਰਨ ਲਈ ਕੋਈ ਮੱਲਮ ਲਾਈ ਜਾਵੇ, ਕਿਉਂਕਿ ਸਾਡੀ ਸਰਕਾਰ ਆਈ ਆ, ਸਾਡੀ ਸਰਕਾਰ ਨੇ ਡਿਵੈਲਪਮੈਂਟ ਵੀ ਕਰਾਉਣੀ ਆ। ਜੇ ਸ਼ਾਂਤੀ ਆ ਗਈ ਤਾਂ ਅਸੀਂ ਡਿਵੈਲਪਮੈਂਟ ਕਰਾਉਣੀ ਆ। ਬਈ ਇਹ ਜਿਹੜੀ ਜ਼ੋਰ ਜ਼ਬਰਦਸਤੀ ਹੈ, ਇਹ ਜਿਹੜੇ ਫੇਕ ਐਨਕਾਊਂਟਰ ਨੇ ਇਹ ਬੰਦ ਕੀਤੇ ਜਾਣ ਜੀ। ਉਸ ਦਾ ਸਿੱਟਾ ਇਹ ਹੋਇਆ ਵੀ KPS ਗਿੱਲ ਜਿਹੜਾ ਪਹਿਲਾਂ ਵੀ ਮਨਮਰਜ਼ੀਆਂ ਕਰਦਾ ਸੀਗਾ, ਮੈਂ ਸਮਝਦਾ ਵੀ ਸਾਹਿਬ ਬੇਅੰਤ ਸਿੰਘ ਦੀ ਜਿਹੜੀ ਚੀਫ ਮਿਨਿਸਟਰ ਦੀ ਕੁਰਸੀ ਸੀਗੀ ਜੀ, ਉਹ ਸੂਲਾਂ ਦੀ ਸੇਧ ਸੀਗੀ। ਇੱਕ ਕਿਸਮ ਨਾਲ ਉਹ ਮਿੱਠੀ ਜੇਲ੍ਹ ਦੇ ਵਿੱਚ ਕੈਦ ਸੀਗੇ ਜੀ। ਇੱਕ ਪਾਸੇ ਗੁਪਤਚਰ ਏਜੰਸੀਆਂ, ਪੁਲਿਸ ਬੇਪਰਵਾਹ ਹੋ ਗਈ। ਮਤਲਬ ਫਿਰ ਦੇਖੋ ਉਹਨਾਂ ਦੀ ਸਿੱਧੀ ਕਨਫਰੰਟੇਸ਼ਨ ਹੋ ਗਈ। ਫਿਰ ਉਹਨਾਂ 'ਤੇ ਉਹਨਾਂ ਪਰਿਵਾਰ 'ਤੇ ਕੇਸ ਬਣੇ, ਉਹ ਕੇਸ ਬਣਾਇਆ। ਉਸ ਤੋਂ ਬਾਅਦ ਸਾਹਿਬ ਬੇਅੰਤ ਸਿੰਘ ਦਾ ਜਿਹੜਾ ਅੰਤ ਹੋਇਆ ਉਹ ਵੀ ਮਤਲਬ ਬਿਲਕੁਲ ਇਸੇ ਗੱਲ ਦਾ ਸਿੱਟਾ। 28 ਤਰੀਕ ਨੂੰ ਮੈਂ ਉਹਨਾਂ ਨੂੰ ਮਿਲਿਆ ਸੀਗਾ ਜੀ। ਉਹਨਾਂ ਦਿਨਾਂ 'ਚ ਮੇਰਾ ਐਕਸੀਡੈਂਟ ਹੋਇਆ ਸੀਗਾ। ਮੈਂ UT ਗੈਸਟ ਹਾਊਸ ਜਾ ਕੇ ਉਹਨਾਂ ਨੂੰ ਰਾਤ ਨੂੰ ਮਿਲਿਆ ਅਤੇ ਮੈਨੂੰ ਉਹਨਾਂ ਨੇ ਮਤਲਬ ਉਹਨਾਂ ਦਾ ਪੁਲਿਸ ਨੇ ਅਤੇ ਸਿਕਿਉਰਿਟੀ ਫੋਰਸਿਸ ਨੇ, ਗੁਪਤਚਰ ਏਜੰਸੀਆਂ ਨੇ ਇੰਨਾ ਬ੍ਰੇਨ ਵਾਸ਼ ਕੀਤਾ ਹੋਇਆ ਸੀ। ਉਹਨਾਂ ਨੇ ਮੈਨੂੰ ਇਹ ਦੱਸ ਦਿੱਤਾ ਸੀ ਜੀ ਕਿ ਵੀ ਜੇ ਮੈਂ ਬਚ ਗਿਆ ਵੀ 3 ਬੰਦਿਆਂ 'ਤੇ ਹਿਊਮਨ ਬੰਬ ਰੱਖੇ ਹੋਏ ਨੇ, ਛੱਡੇ ਹੋਏ ਨੇ, ਵੀ ਮੇਰੇ 'ਤੇ, KPS ਗਿੱਲ 'ਤੇ ਭਜਨ ਲਾਲ 'ਤੇ, ਵੀ ਸਾਡੇ ਤਿੰਨਾਂ 'ਚੋਂ ਇੱਕ ਹੈ ਨਹੀਂ। ਪਰ ਜੇ ਮੈਂ ਬਚ ਗਿਆ ਤਾਂ ਮੈਨੂੰ ਨਰਸਿਮਹਾ ਰਾਓ ਨੇ ਕਿਹਾ ਤੈਨੂੰ ਆਲ ਇੰਡੀਆ ਕਾਂਗਰਸ ਦਾ ਐਕਟਿੰਗ ਪ੍ਰਧਾਨ ਬਣਾ ਕੇ ਹੋਮ ਮਿਨਿਸਟਰ ਆਫ ਇੰਡੀਆ ਬਣਾਉਣਾ, ਅਤੇ ਤੁਸੀਂ ਐਂ ਕਰੋ। ਅਤੇ ਮੈਨੂੰ ਉਹਨਾਂ ਨੇ ਖੁਦ ਕਿਹਾ, ਕਿਉਂਕਿ ਮੈਂ ਬਹੁਤ ਉਹਨਾਂ ਦੇ ਨੇੜੇ ਸੀ, ਗੌਰਮੈਂਟ ਜੋਬ ਸੀਗੀ ਮੇਰੀ, ਵੀ ਤੁਸੀਂ ਐਂ ਕਰੋ ਵੀ ਮੈਂ ਲੁਧਿਆਣੇ ਤੋਂ ਪਾਰਲੀਮੈਂਟ ਲੜਨੀ ਆ, ਕੋਈ ਗਾਲਬ ਗੁਰਚਰਨ ਸਿੰਘ ਗਾਲਬ ਸੀ, ਉਹਦੇ ਲਈ ਕੋਈ ਸੀਟ ਲੱਭੋ। ਮਤਲਬ ਦੇਖੋ ਤੁਸੀਂ ਵੀ ਉਹਨਾਂ ਨੂੰ ਤਾਂ ਬ੍ਰੇਨ ਵਾਸ਼ ਕਰਕੇ ਅਤੇ ਇੰਨਾ ਕੁਛ ਕਰ ਦਿੱਤਾ ਸੀ ਉਹਨਾਂ ਨੇ ਜੀ। ਅਤੇ ਫਿਰ ਉਹੀ ਗੱਲ ਹੋਈ ਤੁਹਾਡੇ ਸਾਹਮਣੇ ਆ। ਅਤੇ ਇੰਨਾ ਤੁਸੀਂ ਕਹਿ ਰਹੇ ਹੋ ਵੀ ਅਚਾਨਕ ਕਿੱਦਾਂ ਹੋ ਗਿਆ। ਔਰ ਉਹਨਾਂ ਨੂੰ ਇਹ ਪਤਾ ਹੋਣ ਕਰਕੇ ਉਹਨਾਂ ਨੂੰ ਇੱਕ DIG ਹੁੰਦੇ ਸੀ ਮਿਸਟਰ JP ਬਿਰਦੀ ਜੀ, ਪਟਿਆਲੇ ਵੀ SP ਰਹੇ ਨੇ। ਉਹ DIG ਸਿਕਿਉਰਿਟੀ ਸੀ। ਉਹਨਾਂ ਨੇ ਉਹਨਾਂ ਨੂੰ ਸਵੇਰੇ ਜਾ ਕੇ ਕਿਹਾ ਵੀ CM ਸਾਹਿਬ ਅੱਜ ਤੁਸੀਂ ਘਰੋਂ ਨਾ ਜਾਓ, ਵੀ ਅੱਜ ਦਾ ਦਿਨ ਤੁਹਾਡੇ 'ਤੇ ਬਹੁਤ ਭਾਰੀ ਆ, ਵੀ ਖਤਰਾ ਬਹੁਤ ਹੈ ਜੀ। ਉਹ ਕਹਿੰਦੇ ਵੀ ਮੈਂ ਲੋਕਾਂ ਦਾ ਨੁਮਾਇੰਦਾ ਅਤੇ ਜੇ ਮੈਂ ਹੀ ਡਰ ਗਿਆ ਅਤੇ ਫਿਰ ਲੋਕਾਂ ਦਾ ਕੀ ਬਣੇਗਾ, ਅਤੇ ਮੈਂ ਜਾਊਂਗਾ। ਲੇਕਿਨ ਉਹ ਇਸ ਗੱਲ ਨੂੰ ਠੀਕ ਹੈ ਵੀ ਉਹ ਡਿਲੇ ਕਰਕੇ ਮੀਟਿੰਗ 11 ਵਜੇ ਹੀ ਕਰਕੇ ਦੁਪਹਿਰੇ 1 ਵਜੇ ਦੇ ਕਰੀਬ ਉਹ ਚਲੇ ਗਏ। ਲੇਕਿਨ ਫਿਰ ਉਹਨਾਂ ਨੇ UT ਗੈਸਟ ਹਾਊਸ, ਸੱਜਣ ਕੁਮਾਰ ਜਾਖੜ ਇਰੀਗੇਸ਼ਨ ਮਿਨਿਸਟਰ ਹੁੰਦਾ ਸੀ ਜੀ, ਉਹਦੇ ਨਾਲ ਮੀਟਿੰਗ ਸੀਗੀ, ਮੀਟਿੰਗ ਕਰਨੀ ਸੀ, ਉੱਥੇ ਜਾਣਾ ਸੀ। ਉਹ ਵੀ ਟਾਈਮ ਉਹਨਾਂ ਨੇ ਬਦਲਿਆ, ਮਰ ਉਹ ਟਾਈਮ ਵੀ ਕਈ ਵਾਰ ਬਦਲਿਆ ਅਤੇ ਫਿਰ ਹੋ ਗਏ। ਪਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਜੀ। ਇੱਕ CM ਦਾ SP ਸਿਕਿਉਰਿਟੀ ਸੀਗਾ। ਜਿਹੜੀਆਂ ਸਾਰੀਆਂ ਗੱਲਾਂ ਸ਼ੱਕੀ ਹੁੰਦੀਆਂ ਨੇ, ਕਿਉਂਕਿ ਮੈਂ ਦੇਖਿਆ ਸਾਰੀਆਂ ਗੱਲਾਂ ਸ਼ੱਕੀ ਨੇ, ਕਿਉਂਕਿ CM ਦਾ ਇੱਕ SP ਸੀਗਾ, CM ਸਿਕਿਉਰਿਟੀ। ਉਸ SP ਨੂੰ ਉਹ ਛੁੱਟੀ 'ਤੇ ਗਿਆ ਉਸ ਦਿਨ, ਲੇਕਿਨ ਛੁੱਟੀ ਦੇ ਹੁੰਦਿਆਂ ਉਹ ਫਿਰ ਦਫ਼ਤਰ ਆਇਆ ਅਤੇ ਜਦੋਂ ਇਹ ਫਿਰ ਚਲਿਆ ਗਿਆ। ਉਸ ਤੋਂ ਬਾਅਦ ਜਦੋਂ ਇੰਸੀਡੈਂਟ ਹੋ ਗਿਆ, ਮਤਲਬ ਮਿਸਿਸ ਬੇਅੰਤ ਸਿੰਘ ਨੇ DGP ਨੂੰ ਕਹਿ ਕੇ ਹੰਭਲੇ ਵੀ ਉਸ ਦੀ ਇੰਟਰੋਗੇਸ਼ਨ ਕਰੋ, ਸਾਰਾ ਕੁਝ ਪਤਾ ਉਹਨੂੰ, ਕਿਸੇ ਨੇ ਉਹਨੂੰ ਕੋਈ ਐਕਸ਼ਨ ਹੀ ਨਹੀਂ ਲਿੱਤਾ ਜੀ, ਉਹਨੂੰ ਸਸਪੈਂਡ। ਤੁਸੀਂ ਆਪ ਦੇਖੋ, ਇੱਕ ਪੰਜਾਬ ਦਾ ਚੀਫ ਮਿਨਿਸਟਰ ਦਾ ਮਰਡਰ ਹੋਇਆ ਹੋਵੇ, ਸੈਕਟਰੀਏਟ ਦੇ ਵਿੱਚ ਹੋਇਆ ਹੋਵੇ, ਔਨ ਡਿਊਟੀ ਹੋਇਆ ਹੋਵੇ, ਇੱਕ ਵੀ ਨੈਗਲੀਜੈਂਸ ਕਰਕੇ ਇੱਕ ਵੀ ਸਿਪਾਹੀ ਸਸਪੈਂਡ ਨਹੀਂ ਕੀਤਾ। ਔਨ ਰਿਕਾਰਡ ਨੇ ਸਾਰੀਆਂ ਗੱਲਾਂ। ਇਸ ਕਰਕੇ ਸਾਰਾ ਕੁਝ ਸ਼ੱਕੀ ਆ। ਇਹ ਇੰਨਾ ਕੁ ਮੈਂ ਤੁਹਾਨੂੰ ਹੋਰ ਤੁਸੀਂ ਜੋ ਪੁੱਛਣਾ ਚਾਹੁੰਦੇ ਦੱਸੋ, ਕਿ ਉਹ ਕਹਾਣੀ ਬਹੁਤ ਲੰਮੀ ਆ ਜੀ। ਜੋ ਤੁਸੀਂ ਸਵਾਲ ਕਰੋਗੇ ਮੈਂ ਉਹਦਾ ਜਵਾਬ ਦਿਆਂਗਾ। ਉਜਾਗਰ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਨਰਸਿਮਹਾ ਰਾਓ ਤੇ ਬੇਅੰਤ ਸਿੰਘ ਦੇ ਸਬੰਧਾਂ ਦੀ। ਉਹ ਜਦੋਂ ਉਹਨਾਂ ਦਾ ਅੰਤਿਮ ਸਮਾਂ ਸੀਗਾ ਜਾਂ ਅੰਤਿਮ ਵੇਲੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੀ ਨਰਸਿਮਹਾ ਰਾਓ ਜੀ? ਨਰਸਿਮਹਾ ਰਾਓ ਇੱਕ ਅੰਤਿਮ ਅਰਦਾਸ ਤੋਂ ਪਹਿਲਾਂ ਆਏ ਸੀ, ਸਵੇਰੇ ਆਏ ਸੀਗੇ। ਉਹ ਵੀ ਬੜੀ ਦੇਖੋ ਸ਼ੱਕੀ ਗੱਲਾਂ ਸ਼ੱਕੀ ਹੋਈ ਜਾਂਦੀਆਂ ਨੇ, ਜਿਹੜੀਆਂ ਅੱਜ ਤੱਕ ਕਦੇ ਬਾਹਰ ਨਹੀਂ ਆਈਆਂ ਜੀ। ਜਦੋਂ ਨਰਸਿਮਹਾ ਰਾਓ ਜੀ ਆਏ ਤਾਂ ਉਦੋਂ ਉੱਥੇ ਪਰਿਵਾਰ ਨੂੰ ਮਿਲਾਉਣ ਲਈ ਪਹਿਲਾਂ ਉਹ ਉਹਨਾਂ ਦੀ ਬੋਡੀ ਕੋ ਫੁੱਲ ਅਰਪਿਤ ਕਰਨ ਗਏ ਅਤੇ ਫਿਰ ਉਹਨਾਂ ਨੇ ਪਰਿਵਾਰ ਨਾਲ ਮਿਸਿਸ ਬੇਅੰਤ ਸਿੰਘ ਦੇ ਨਾਲ ਅਫਸੋਸ ਜ਼ਾਹਰ ਕਰਨਾ ਸੀ ਪ੍ਰਗਟ।
ਤੇ ਸੀਐਮ ਦੇ ਡਰਾਇੰਗ ਰੂਮ ਦੇ ਵਿੱਚ ਉਹ ਉਹਨਾਂ ਨੇ ਪਲਾਨ ਕੀਤਾ ਵੀ ਇੱਥੇ ਫੈਮਿਲੀ ਨੂੰ ਬੁਲਾਇਆ ਜਾਏਗਾ। ਫੈਮਿਲੀ ਉੱਥੇ ਬਿਠਾਈ ਗਈ, ਮਿਸਿਸ ਬੇਅੰਤ ਸਿੰਘ ਤੇ ਉਹਨਾਂ ਦਾ ਲੜਕਾ ਆਪਣਾ ਤੇਜ ਪ੍ਰਕਾਸ਼ ਸਿੰਘ ਜੀ, ਤੇ ਉਹਨਾਂ ਦੇ ਦੋਨੋਂ ਪੋਤਰੇ ਗੁਰਕੀਰਤ ਸਿੰਘ ਤੇ ਰਵਨੀਤ ਬਿੱਟੂ ਤੇ ਦੋਨੋਂ ਲੜਕੀਆਂ, ਇੱਕ ਉਹਨਾਂ ਦਾ ਜਵਾਈ ਕਰਨਲ ਰਮਿੰਦਰ ਸਿੰਘ, ਇੱਕ ਮੈਂ ਸੀਗਾ ਜੀ। ਕਿਉਂਕਿ ਅਸੀਂ ਦੋਨੋਂ, ਮੈਂ ਕਹਿ ਰਿਹਾ ਸੀ ਵੀ ਜਿਹੜਾ ਇਹ ਸਾਰਾ ਕੁਝ ਸ਼ੱਕੀ ਹੈ। ਮੈਂ ਇਹ ਬਿਆਨ ਵੀ ਦਿੱਤੇ ਸੀਗੇ ਵੀ ਇਹ ਸਾਰਾ ਕੁਝ ਸਾਹਿਬ ਬੇਅੰਤ ਸਿੰਘ ਦਾ ਮਰਡਰ ਸ਼ੱਕੀ ਹੈ, ਵੀ ਇਹ ਇਦਾਂ ਹੋ ਨਹੀਂ ਸਕਦਾ। ਕਿਉਂਕਿ ਤੁਸੀਂ ਦੇਖੋ ਉਹ 5:13 ਤੇ ਉਹਨਾਂ ਦਾ ਮਰਡਰ ਹੁੰਦਾ ਜੀ, 7 ਵਜੇ ਨੂੰ ਜਿਹੜਾ KPS ਗਿੱਲ ਹੈ ਉਹ ਘਰੋਂ ਆ ਕੇ ਇਹ ਕਹਿੰਦਾ ਵੀ ਜਿਹੜੀ CBI ਦੀ ਟੀਮ ਆਈ ਆ ਦਿੱਲੀ ਤੋਂ ਜੀ, ਉਹਨੇ ਇਹ ਇਨਕੁਆਇਰੀ ਕਰ ਲਈ ਵੀ ਉਹ ਜਿਹੜਾ ਮਰਡਰ ਆ ਹਿਊਮਨ ਬੰਬ ਨਾਲ ਹੋਇਆ, ਬਈ ਇਹ ਉਸ ਨੂੰ ਉਹਦਾ ਇਦਾਂ ਬੰਬ। ਤੁਸੀਂ ਇੱਕ ਗੱਲ ਸੋਚੋ, 5:13 ਤੇ ਇਹ ਇਨਸੀਡੈਂਟ ਹੁੰਦਾ, ਇਹਦਾ ਮਤਲਬ ਦਿੱਲੀ 45 ਮਿੰਟ ਲੱਗਦੇ ਨੇ ਜਹਾਜ਼ ਨੂੰ ਆਉਣ ਨੂੰ। ਇਹਦਾ ਮਤਲਬ ਟੀਮ ਪਹਿਲਾਂ ਹੀ ਤਿਆਰ ਬੈਠੀ ਸੀ ਵੀ ਉਹ ਜਿਹੜੀ ਆ ਕੇ ਪਹੁੰਚ ਗਈ, ਜਿਹਨੇ 7 ਵਜੇ ਨੂੰ ਆ ਕੇ ਮਤਲਬ ਇਨਕੁਆਇਰੀ ਵੀ ਕਰ ਲਈ, ਪੜਤਾਲ ਵੀ ਕਰ ਲਈ, KPS ਗਿੱਲ ਨੇ ਅਨਾਉਂਸ ਵੀ ਕਰ ਦਿੱਤਾ। ਇਹ ਗੱਲਾਂ ਸ਼ੱਕੀ ਨੇ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ, ਜਦੋਂ ਅਸੀਂ ਅੰਦਰ ਬੈਠੇ ਤਾਂ ਇੰਟੈਲੀਜੈਂਸ ਏਜੰਸੀਆਂ ਨੇ ਆ ਕੇ ਮੈਨੂੰ ਬਾਅਦ ਤੋਂ ਫੜ ਕੇ ਕਹਤਾ ਵੀ ਤੁਸੀਂ ਉੱਠੋ, ਤੁਸੀਂ ਨਹੀਂ ਬਹਿ ਸਕਦੇ, ਇਹ ਪਰਿਵਾਰ ਨੇ ਬੈਠਣਾ। ਮਿਸਿਸ ਬੇਅੰਤ ਸਿੰਘ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਬੈਠਣ ਦਿਓ, ਸਾਡਾ ਮੁੰਡਾ ਹੈ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਫਿਰ PM ਨਹੀਂ ਆਏਗਾ। ਦੈਨ ਮਿਸਿਸ ਬੇਅੰਤ ਸਿੰਘ ਐਂਡ ਦਾ ਹੋਲ ਫੈਮਿਲੀ ਵਾਕ ਆਊਟ ਫਰੋਮ ਦਾ ਡਰਾਇੰਗ ਰੂਮ ਵੀ ਜੇ ਤੁਸੀਂ ਇਹਨਾਂ ਨੂੰ ਨਹੀਂ ਬੈਠਣ ਦੇਣਾ ਤਾਂ ਤੁਸੀਂ ਆਪਦੇ ਨਰਸਿੰਘ ਮੌਰਾ ਨੂੰ ਲੈ ਜਾਓ, ਅਸੀਂ ਨਹੀਂ ਮਤਲਬ ਮਿਲਣਾ, ਵੀ ਮੇਰਾ ਸਰਦਾਰ ਦੀ ਡੈਥ ਹੋ ਗਈ ਹੈ ਤੇ ਅਸੀਂ ਨਹੀਂ ਮਿਲਣਾ ਜੀ। ਤੇ ਫਿਰ ਉਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ, ਅਸੀਂ ਉੱਠ ਕੇ ਚਲੇ ਗਏ ਤੇ ਫਿਰ ਦੁਬਾਰਾ ਸਾਨੂੰ ਲਿਆ ਕੇ ਬੁਲਾ ਕੇ ਬਿਠਾਇਆ ਗਿਆ। ਫਿਰ ਮੈਨੂੰ ਮਤਲਬ ਇਹ ਵੀ ਕਿਹਾ ਵੀ ਤੂੰ ਇਸ ਥਾਂ ਨਹੀਂ ਬੈਠਣਾ। ਮਤਲਬ ਇਹ ਸਾਰੀਆਂ ਗੱਲਾਂ ਸ਼ੱਕੀ ਨੇ। ਇਹ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਇਹਦੇ ਪਿੱਛੇ ਬਿਲਕੁਲ ਚਾਲ ਸੀਗੀ ਕੋਈ। ਇਹ ਉਸ ਜਿਸ ਦਿਨ ਤੋਂ ਸਾਹਿਬ ਬੇਅੰਤ ਸਿੰਘ ਨੇ KPS ਗਿੱਲ ਦੇ ਖਿਲਾਫ ਲੈਟਰ ਲਿਖਿਆ, ਉਸ ਦਿਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਇਹ ਬਹੁਤ ਮਤਲਬ ਦੁੱਖ ਦੀ ਗੱਲ ਹੈ, ਕਿਉਂਕਿ ਬੇਅੰਤ ਸਿੰਘ ਦਾ ਜਿਹੜਾ ਇਮੇਜ ਹੈ ਆਮ ਪਬਲਿਕ ਦੇ ਵਿੱਚ ਇਹ ਪਰੇਡ ਕੀਤਾ ਜਾਂਦਾ ਵੀ ਉਹ ਜ਼ਾਲਮ ਸੀ, ਬੜੇ ਅਜੀਬ ਦੇ ਲਾਜ਼ਮ ਮੁੰਡੇ ਮਾਰੇ ਨੇ, ਪਰ ਉਹ ਬਿਲਕੁਲ ਕਹਿੰਦੇ ਸੀ ਮੈਂ ਆਪਣੇ ਮੁੰਡਿਆਂ ਨਾਲ ਬਿਲਕੁਲ ਨਹੀਂ ਲੜਨਾ। ਜਿਹੜਾ ਮੇਨ ਜ਼ਿੰਮੇਵਾਰ ਆ ਉਹ, ਤੁਸੀਂ ਇੱਕ ਹੋਰ ਗੱਲ ਦੇਖੋ, ਪੰਜਾਬ ਦੇ ਵਿੱਚ 4-5 IPS ਆਫੀਸਰ ਮਾਰੇ ਗਏ, 2 ਪਟਿਆਲੇ ਮਾਰੇ ਗਏ ਸੀ, ਰਵਿੰਦਰ ਸਿੰਘ ਬਰਾੜ ਤੇ ਇੱਕ ਹੋਰ ਸੀਗੇ, 4 ਪਟਿਆਲੇ ਮਾਰੇ ਗਏ, ਇੱਕ ਬਲਦੇਵ ਸਿੰਘ ਬਰਾੜ ਮਾਰਿਆ ਗਿਆ, ਇੱਕ ਸੀਤਲ ਦਾਸ ਮਾਰਿਆ ਗਿਆ, 5ਵਾਂ ਗੋਬਿੰਦ ਰਾਓ ਮਾਰਿਆ ਗਿਆ। ਫਿਰ ਰਬੈਰੋ ਤੇ ਅਟੈਕ ਹੋਇਆ, KPS ਗਿੱਲ ਤੇ ਕਿਉਂ ਅਟੈਕ ਨਹੀਂ ਹੋਇਆ ਕੋਈ? ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਇੰਨੇ ਸੋ ਕਾਲਡ ਆਪਣੇ ਆਪ ਨੂੰ ਕਹਿੰਦੇ ਨੇ ਵੀ ਸਾਡੀਆਂ ਇੰਨੀਆਂ ਸੰਸਥਾਵਾਂ ਨੇ, ਅੱਜ ਤੱਕ ਕਿਸੇ ਨੇ KPS ਗਿੱਲ ਵੱਲ ਨੂੰ ਝਾਕਣ ਦੀ ਹਿੰਮਤ ਨਹੀਂ ਕੀਤੀ। ਇਹ ਵੀ ਸ਼ੱਕ ਦੀ ਗੱਲ ਹੈ, ਇਹ ਕਿਉਂ ਨਹੀਂ ਕੀਤਾ, ਹੋਰਾਂ ਤੇ ਕਿਉਂ ਅਟੈਕ ਹੋ ਗਏ? ਇਸ ਕਰਕੇ ਮੈਂ ਸਾਰੀ ਗੱਲ ਦਲੀਲ ਨਾਲ ਗੱਲ ਕਰਨੀ ਚਾਹੁੰਦਾ, ਸਾਰੀ ਦਲੀਲ ਨਾਲ ਕਰ ਰਿਹਾ। ਉਜਾਗਰ ਸਿੰਘ ਜੀ, ਤੁਸੀਂ ਪਰਿਵਾਰ ਦਾ ਹਿੱਸਾ ਹੀ ਰਹੇ ਹੋ ਇੱਕ ਤਰ੍ਹਾਂ ਦੇ ਨਾਲ, ਉਹਨਾਂ ਦੇ ਨਾਲ ਰਹੇ ਹੋ ਪਲ-ਪਲ। ਕੁਝ ਅਜਿਹੇ ਪਹਿਲੂ ਜੋ ਤੁਹਾਡੇ ਤੇ ਸਰਦਾਰ ਬੇਅੰਤ ਸਿੰਘ ਹੋਰਾਂ ਦੇ ਹੋਣ ਜਿਹੜੇ ਲੋਕ ਨਹੀਂ ਜਾਣਦੇ, ਕੁਝ ਤੁਹਾਡੇ ਪਰਸਨਲ ਪਲ ਬਿਤਾਏ ਹੋਣ ਤੁਸੀਂ ਉਹਨਾਂ ਨਹੀਂ, ਉਹ ਪਰਸਨਲ ਇਹੋ ਆ ਜੀ, ਮੇਰੇ ਪਰਸਨਲ ਉੱਦਾਂ ਕੋਈ ਨਹੀਂ ਸੀ। ਉਹ ਮੇਰੇ ਪਹਿਲ ਹਲਕੇ ਤੋਂ MLA ਸੀਗੇ। ਮੇਰੇ ਚਾਚੇ ਦਾ ਮੁੰਡਾ ਸੀ ਮਹਿੰਦਰ ਸਿੰਘ, ਉਹ ਸਰਪੰਚ ਹੁੰਦਾ ਸੀ, ਉਹ ਜਾਂਦਾ ਹੁੰਦਾ ਸੀਗਾ ਤੇ ਮੈਂ ਵੀ ਉਹਨਾਂ ਨਾਲ 10ਵੀਂ 'ਚ ਪੜ੍ਹਦਾ ਹੁੰਦਾ ਸੀ, ਮੈਂ ਵੀ ਜਾਂਦਾ ਹੁੰਦਾ ਸੀ, ਪਰ ਕੋਈ ਐਡੀ ਗੱਲ ਨਹੀਂ ਸੀਗੀ। ਤੇ ਉਸ ਤੋਂ ਬਾਅਦ ਮੈਂ ਸੈਕਟਰੀਏਟ 'ਚ ਮੇਰੀ ਆਰਟੀਕਲ ਰਾਈਟਰ ਦੀ ਅਪੁਆਇੰਟਮੈਂਟ ਹੋ ਗਈ। ਉਹ MLA ਸੀਗੇ, ਉਹ ਸਾਡੇ ਕੋਲ ਸੈਕਟਰੀਏਟ ਆ ਕੇ ਬੈਠਦੇ ਹੁੰਦੇ ਸੀਗੇ। ਮਤਲਬ ਉਸ ਨੇ ਮੇਰੀ, ਪਤਾ ਨਹੀਂ ਮੇਰੇ ਦੇ ਵਿੱਚ ਕੀ ਦੇਖਿਆ ਵੀ ਉਸ ਨੇ ਫਿਰ ਜਦੋਂ ਚੀਫ ਮਿਨਿਸਟਰ ਬਣੇ ਉਹਨਾਂ ਨੇ ਮੈਨੂੰ ਫੋਰਸੀਬਲੀ ਆਪਣੇ ਨਾਲ ਲਾਇਆ। ਮੈਂ ਲੱਗਣਾ ਨਹੀਂ ਚਾਹੁੰਦਾ, ਮੈਂ ਉਹਨਾਂ ਨੂੰ ਜਵਾਬ ਦੇ ਕੇ ਆ ਗਿਆ ਸੀਗਾ ਵੀ ਮੈਂ ਨਹੀਂ ਲੱਗਣਾ। ਤੇ ਉਹਨਾਂ ਨੇ ਆਪਣੀ ਲੜਕੀ ਗੁਰਕਮਲ ਕੌਰ ਤੇ ਆਪਣਾ ਜਵਾਈ ਨੂੰ ਮੇਰੇ ਕੋਲ ਭੇਜਿਆ ਵੀ ਉਹਨਾਂ ਨੂੰ ਮਨਾਓ ਵੀ ਉਹ ਮੈਂ ਉਹਨਾਂ ਨੂੰ ਨਾਲ ਰੱਖਣਾ ਚਾਹੁੰਦਾ। ਇਸ ਕਰਕੇ ਉਹ ਮੈਨੂੰ ਇਹ ਵੀ ਯਾਦ ਹੈ, ਮਿਸਿਸ ਬੇਅੰਤ ਸਿੰਘ ਆਮ ਤੌਰ 'ਤੇ ਕਹਿੰਦੀ ਹੁੰਦੀ ਸੀ ਵੀ ਕਾਕਾ ਤੇਰੇ ਨਾਲ ਕਦੇ ਗੁੱਸੇ ਨਹੀਂ ਹੁੰਦੇ, ਹੋਰਾਂ ਨੂੰ ਕਈ ਵਾਰ ਉਹ ਟੈਂਪਰ ਲੂਜ਼ ਕਰ ਜਾਂਦੇ ਨੇ। ਮਤਲਬ ਪਤਾ ਨਹੀਂ ਉਹਨਾਂ ਨੇ ਮੇਰੇ ਦੇ ਵਿੱਚ ਕੀ ਦੇਖਿਆ। ਤੇ ਮੇਰੀ ਉਹਨਾਂ ਦੀ ਡੈਥ ਤੋਂ ਬਾਅਦ ਇਨਕੁਆਇਰੀਆਂ ਬੜੀਆਂ ਹੋਈਆਂ ਵੀ ਉਜਾਗਰ ਸਿੰਘ ਨੇ ਬੜੇ ਪੈਸੇ ਬਣਾ ਲਏ ਜੀ, ਇਹ ਤਾਂ ਕਰੋੜਾਂਪਤੀ ਹੈ ਜੀ। ਮੇਰੀਆਂ ਇਨਕੁਆਇਰੀਆਂ ਹੋਈਆਂ, ਪਰਮਜੀਤ ਸਿੰਘ ਗਰੇਵਾਲ ਪਟਿਆਲੇ ਦੇ SP ਵਿਜੀਲੈਂਸ ਤੇ ਉਹਨਾਂ ਨੇ ਇਨਕੁਆਇਰੀ ਕੀਤੀ, ਮੇਰੇ ਪਿੰਡ ਵੀ ਗਏ, ਪਰ ਨਿਕਲਿਆ ਕੁਛ ਨਹੀਂ, ਜੇ ਹੋਵੇ ਤਾਂ ਨਿਕਲੇ। ਇਸ ਕਰਕੇ
ਮੇਰਾ ਤਾਂ ਸੰਬੰਧ ਨਿੱਜੀ ਇਸ ਕਰਕੇ ਬਣ ਗਏ ਸੀ, ਬਾਕੀ ਤਾਂ ਮੈਂ ਸਰਕਾਰੀ ਡਿਊਟੀ ਕਰਕੇ ਨਾਲ ਜਾਂਦਾ ਸੀ, ਹੋਰ ਮੇਰਾ ਇਦਾਂ ਕੋਈ ਨਹੀਂ ਸੀ। ਪਹਿਲਾਂ ਨਹੀਂ ਮੈਂ ਕਦੇ ਨਾਲ ਗਿਆ, ਮੈਂ ਜਦੋਂ ਚੀਫ ਮਿਨਿਸਟਰ ਸੀਗੇ ਸਿਰਫ ਉਦੋਂ ਹੀ ਮੈਂ ਨਾਲ ਰਹਿੰਦਾ ਸੀ। ਉਹ ਵੀ ਮੈਂ ਉਹਨਾਂ ਦੀ ਕਾਰ 'ਚ ਬੈਠ ਕੇ ਕਦੇ ਨਹੀਂ ਗਿਆ, ਮੈਂ ਆਪਣੀ ਕਾਰ 'ਚ ਜਾਂਦਾ ਸੀ, ਕਿਉਂਕਿ ਮੈਂ ਲੋਕਾਂ ਨੂੰ ਦਿਖਾਵਾ ਥੋੜ੍ਹਾ ਕਰਨਾ ਸੀ। ਮੈਂ ਤਾਂ ਆਪਦਾ ਕੰਮ ਕਰਦਾ ਸੀ, ਤੇ ਜਾਂ ਮੈਂ ਫੀਲਡ 'ਚ ਨਹੀਂ ਸੀ ਜਾਂਦਾ, ਚੰਡੀਗੜ੍ਹ ਜਾਂਦਾ ਜਾਂ ਦਿੱਲੀ ਜਾਂਦਾ ਸੀ ਜੀ। ਹਾਂਜੀ। ਉਜਾਗਰ ਸਿੰਘ ਜੀ, ਜਿਸ ਤਰ੍ਹਾਂ ਦੇ ਨਾਲ ਯਾਦਗਾਰ ਬਣਾਉਣ ਦੀ ਗੱਲ ਜੁੜਦੀ ਆ ਇਹਨਾਂ ਦੀ, ਤਾਂ ਅਜੇ ਤੱਕ ਕੋਈ ਉਹਨਾਂ ਦੀ ਪੱਕੀ ਯਾਦਗਾਰ ਕਿਉਂ ਨਹੀਂ ਬਣਾਈ ਗਈ? ਇਹ ਬਸ ਇਹ ਬੈਡ ਇੰਟੈਂਸ਼ਨ ਆ। ਦੇਖੋ, ਮੈਂ ਤੁਹਾਨੂੰ ਉਹਨਾਂ ਦੀ ਉਦੋਂ ਸੰਸਕਾਰ ਦੀ ਵੀ ਗੱਲ ਕਰਦਾ ਸੀ। ਅਸੀਂ ਪਿੰਡ, ਮੈਂ ਤੇ ਸਾਹਿਬ ਬੇਅੰਤ ਸਿੰਘ ਦਾ ਜਿਹੜਾ ਛੋਟਾ ਲੜਕਾ ਸੀ ਜਿਹਨੂੰ ਅਸੀਂ ਸਰਪੰਚ ਕਹਿੰਦੇ ਸੀਗੇ, ਤੇ ਉਹ ਅਸੀਂ ਪਿੰਡ ਜਾ ਕੇ ਜਗ੍ਹਾ ਦੇਖ ਕੇ ਆਈ ਜਿੱਥੇ ਤਖਤ ਪੋਸ਼ ਤੇ ਬਹਿ ਕੇ ਪਬਲਿਕ ਨੂੰ ਮਿਲਦੇ ਹੁੰਦੇ ਸੀ ਜੀ। ਅਸੀਂ ਉੱਥੇ ਸੰਸਕਾਰ ਕਰਨਾ ਸੀ। ਅਸੀਂ 2 ਜਗ੍ਹਾ ਚੁਣੀਆਂ ਸੀ। ਇੱਕ ਉਹਨਾਂ ਦਾ ਬੇਟਾ ਸੀਗਾ ਸਵਰਨਜੀਤ ਸਿੰਘ ਨੋਨੀ, ਜਿਹਦਾ ਲੜਕਾ ਹੁਣ ਰਵਨੀਤ ਸਿੰਘ ਬਿੱਟੂ 3 ਵਾਰ MP ਬਣ ਗਿਆ ਜੀ। ਉਹਨੂੰ ਆਪਣਾ ਜਾਨਸ਼ੀਨ ਬਣਾਉਣਾ ਚਾਹੁੰਦੇ ਸੀ। ਉਹਦੀ ਅਚਾਨਕ ਡੈਥ ਹੋ ਗਈ ਸੀ। ਜਿੱਥੇ ਉਹਨਾਂ ਦਾ ਖੇਤਾਂ ਸੰਸਕਾਰ ਕੀਤਾ ਸੀ, ਅਸੀਂ 2 ਥਾਂ ਸਿਲੈਕਟ ਕੀਤੇ ਸੀ, ਪਰ ਸਾਨੂੰ ਇੰਟੈਲੀਜੈਂਸ ਏਜੰਸੀਆਂ ਨੇ ਇੰਨਾ ਮਜਬੂਰ ਦਿੱਤਾ, ਇੰਨੇ ਸੁਪਨੇ ਵਿਖਾਏ ਪਰਿਵਾਰ ਨੂੰ ਕਿ ਇਹਨਾਂ ਦੀ ਜੀ ਬਹੁਤ ਵਧੀਆ ਯਾਦਗਾਰ ਬਣਾਵਾਂਗੇ ਜੀ, ਲਾਇਬ੍ਰੇਰੀ ਬਣੇਗੀ, ਕੈਫੇਟੇਰੀਆ ਬਣੇਗਾ ਜੀ, ਐਡੀ ਮੀਨਾਰ ਬਣੇਗੀ ਜੀ, ਉਹਨਾਂ ਦੇ ਕੋਟਲੀ ਪਿੰਡ ਤੋਂ ਦਿਖਿਆ ਕਰੇਗੀ ਜੀ। ਮਤਲਬ ਬਹੁਤ ਉਹਨਾਂ ਨੇ ਸਬਜ਼ ਬਾਗ ਦਿਖਾਏ, ਸੈਰਗਾਹ ਬਣਾਵਾਂਗੇ ਜੀ, 25 ਏਕੜ ਥਾਂ ਹੋਏਗੀ ਜੀ, ਇੱਕ ਇਹੋ ਜਿਹਾ ਹਾਲ ਬਣਾਵਾਂਗੇ, ਨੈਸ਼ਨਲ ਇੰਟੈਗ੍ਰੇਸ਼ਨ ਸੈਂਟਰ ਹੋਏਗਾ। ਮਤਲਬ ਬੜੇ ਬਣਾਈਆਂ, ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਵੈਸੇ ਕੰਮਾਂ ਤਾਂ ਸਰਕਾਰ ਨੇ, ਮੇਰਾ ਨਿੱਜੀ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ, ਪਰ ਸਰਕਾਰਾਂ ਨੇ, ਚਾਹੇ ਕਾਂਗਰਸ ਦੀ ਹੋਵੇ ਜੀ, ਚਾਹੇ ਕੋਈ ਹੋਰ ਹੋਵੇ, ਕਿਸੇ ਨੇ ਕੋਈ ਇੰਟਰਸਟ ਨਹੀਂ ਦਿੱਤਾ। ਪੰਜਾਬ ਦੀ ਹਰਚਰਨ ਸਿੰਘ ਬਰਾੜ ਨੇ ਤਾਂ ਇੱਕ ਧੇਲਾ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਆ ਕੇ 2 ਕਰੋੜ ਰੁਪਇਆ ਦਿੱਤਾ ਸੀ, ਤੇ ਇਸ ਵਾਰੀ ਵੀ ਫੇਰ ਦੇਖੋ, ਮੈਂ ਤੁਹਾਨੂੰ ਹੋਰ ਦੱਸਦਾ ਵੀ ਅਕਾਲੀ ਗਵਰਨਮੈਂਟ ਮੌਕੇ ਵੀ 1 ਵਾਰ 1 ਕਰੋੜ ਰੁਪਈਆ ਪਾਇਆ ਸੀ, ਪਰ ਰਿਲੀਜ਼ ਨਹੀਂ ਕੀਤਾ। ਤੇ ਇਹ ਜਿਹੜਾ ਪੈਸਾ ਕੀਤਾ ਬਹੁਤਾ, 4 ਕਰੋੜ ਪੰਜਾਬ ਗਵਰਨਮੈਂਟ ਦਾ, ਬਾਕੀ ਸੈਂਟਰ ਗਵਰਨਮੈਂਟ ਨੇ ਕੀਤਾ। ਫਿਰ ਵੀ ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਤੀ ਹੈ, ਤੇ ਯਾਦਗਾਰ ਅਜੇ ਮੁਕੰਮਲ ਨਹੀਂ ਕੀਤੀ। ਤੇ ਇਹ ਅੱਧ ਉੱਥੇ ਤਾਂ ਘਾਹ, ਸਾਰਾ ਸਾਲ ਉੱਥੇ ਘਾਹ ਫੂਸ ਹੁੰਦਾ, ਸਿਰਫ ਇਹਨਾਂ ਦਿਨਾਂ 'ਚ ਆ ਕੇ ਸਫਾਈ ਉਹ ਵੀ ਪਰਿਵਾਰ ਨੂੰ ਕਰਾਉਣੀ ਪੈਂਦੀ ਹੈ। ਉਹ ਵੀ ਪਰਿਵਾਰ ਨੇ ਕਿਹਾ ਸੀ ਉਹ 'ਤੇ ਮਾਰਬਲ ਅਸੀਂ ਲਵਾ ਲੈਂਦੇ ਹਾਂ, ਤਾਂ ਉਹ 'ਤੇ ਮਾਰਬਲ ਲਵਾਇਆ ਗਿਆ। ਮਤਲਬ ਬਹੁਤ ਬੁਰਾ ਹਾਲ ਆ। ਕੋਈ ਉੱਥੇ ਜਿਹੜੀ ਸਿਕਿਉਰਿਟੀ ਹੁੰਦੀ ਆ, ਉਹਨਾਂ ਲਈ ਬਾਥਰੂਮ ਨਹੀਂ, ਕੁਛ ਨਹੀਂ ਹੈ। ਤੇ ਐਵੇਂ ਇੱਕ ਜਿਵੇਂ ਮੈਂ ਤਾਂ ਇਹ ਸੋਚਦਾ ਵੀ ਕੋਈ ਵੀ ਸਿਆਸਤਦਾਨ ਸਾਹਿਬ ਬੇਅੰਤ ਸਿੰਘ ਵਾਂਗੂ ਕਦੇ ਵੀ ਕੋਈ ਕੁਰਬਾਨੀ ਦੇਣ ਲਈ ਤਿਆਰ ਹੀ ਨਹੀਂ ਹੋਏਗਾ, ਪੰਜਾਬ ਦੇ ਡਿਵੈਲਪਮੈਂਟ ਲਈ ਤਿਆਰ ਹੀ ਨਹੀਂ ਹੋਏਗਾ, ਸ਼ਾਂਤੀ ਸਥਾਪਿਤ ਕਰ। ਅੱਜ ਜਿੰਨੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਹਿ ਫਿਰਦੇ ਨੇ, ਸਾਰੇ ਘੁੱਗ ਸੌਂਦੇ ਨੇ, ਸ਼ਾਂਤੀ ਆ ਜੀ। ਔਰ ਦੇਖੋ ਉਹਨਾਂ ਦੇ ਵਿੱਚ ਕਿੱਡਾ ਵੱਡਾ ਗੁਣ ਸੀ, ਉਹ ਜ਼ਿਆਦਤੀਆਂ ਵੀ ਨਹੀਂ ਮੁੰਡਿਆਂ ਨਾਲ ਕਰਨੀਆਂ ਚਾਹੁੰਦੇ ਸੀ। ਉਹਦੇ ਪਿੱਛੇ ਉਹਨਾਂ ਨੇ ਆਪਣੀ ਜਾਨ ਗਵਾਈ। ਮੈਂ ਤਾਂ ਇਹ ਦਾਅਵੇ ਨਾਲ ਕਹਾਂਗਾ, ਉਹਨਾਂ ਨੇ ਜਾਨ ਆਪਣੀ ਇਸੇ ਕਰਕੇ ਗਵਾਈ ਕਿਉਂਕਿ ਉਹਨਾਂ ਨੇ ਇਹ ਕਹਿਤਾ ਵੀ ਇਹ DGP ਨੂੰ ਬਦਲੋ, ਤੇ ਮੁੰਡਿਆਂ ਨੂੰ ਸਾਡਿਆਂ ਨੂੰ ਮਤਲਬ ਗਲਤ ਐਨਕਾਊਂਟਰ ਹੋ ਰਹੇ ਨੇ। ਜੇ ਫੇਕ ਐਨਕਾਊਂਟਰ ਉਦੋਂ ਵੀ ਹੋਏ ਨੇ ਤਾਂ ਮਤਲਬ ਉਹਨਾਂ ਨੂੰ ਇਸ ਗੱਲ ਦਾ ਦੁੱਖ ਸੀਗਾ। ਉਹਨਾਂ ਨੇ ਜਾਨਾਂ ਬਚਾਈਆਂ, ਤੇ ਅਲਟੀਮੇਟਲੀ ਉਹਨਾਂ ਨੂੰ ਇੱਕ ਉਹਨਾਂ ਦੇ ਪਰਿਵਾਰ 'ਤੇ ਕੇਸ ਪਾਇਆ। ਇਹ ਦੂਜਾ ਇਹ ਕੀਤਾ, 2 ਇਹੋ ਜਿਹਾ ਕੰਮ ਕੀਤਾ ਸਰਕਾਰ ਨੇ। ਸਰਕਾਰਾਂ ਸਿੰਸੀਅਰ ਹੈ ਹੀ ਨਹੀਂ ਜੀ। ਉਜਾਗਰ ਸਿੰਘ ਜੀ, ਉਹਨਾਂ ਦੀ ਰਾਜਨੀਤੀ ਬਾਰੇ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਹੈ। ਉਹਨਾਂ ਦਾ ਜਿਹੜਾ ਪਰਿਵਾਰ ਆ, ਹੁਣ ਜਿਸ ਤਰ੍ਹਾਂ ਰਵਨੀਤ ਸਿੰਘ ਬਿੱਟੂ ਆ, ਗੁਰਕੀਰਤ ਸਿੰਘ ਕੋਟਲੀ ਆ, ਇਹਨਾਂ ਦੀ ਕਾਰਗੁਜ਼ਾਰੀ ਅੱਜ ਦੇ ਸਮੇਂ ਦੇ ਵਿੱਚ ਕਿਹੋ ਜਿਹੀ ਆ? ਕੀ ਉਹ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ? ਦੇਖੋ ਜੀ, ਸਿਆਸਤ ਦੇ ਵਿੱਚ ਹਰ ਜਿਹੜਾ ਵਾਰਸ ਹੁੰਦਾ ਸਿਆਸਤਦਾਨ ਦਾ, ਉਹ ਕਹਿੰਦਾ ਹੁੰਦਾ ਵੀ ਮੈਂ ਉਹਦੇ ਪਦ ਚਿੰਨ੍ਹਾਂ 'ਤੇ ਚੱਲ ਰਿਹਾ। ਕੋਸ਼ਿਸ਼ ਵੀ ਕਰਦੇ ਨੇ ਕਰਨ ਦੀ। ਦੇਖੋ, 2 ਵਾਰ ਰਵਨੀਤ ਸਿੰਘ ਬਿੱਟੂ ਇਲੈਕਸ਼ਨ ਲੜਿਆ, ਉਹ MP ਬਣ ਗਿਆ। 2 ਵਾਰ ਗੁਰਕੀਰਤ ਸਿੰਘ ਲੜਿਆ, ਉਹ ਵੀ ਦੋਨੋਂ ਵਾਰ MLA ਬਣ ਗਿਆ। ਤੇਜ ਪ੍ਰਕਾਸ਼ 2 ਵਾਰ MLA ਬਣ ਗਿਆ ਜੀ, ਇਹ 26 ਸਾਲਾਂ 'ਚ। ਤੇ ਗੁਰਕਮਲ ਕੌਰ ਉਹਨਾਂ ਦੀ ਲੜਕੀ MLA ਬਣ ਗਈ। ਦੇਖੋ, ਜੇ ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਬਿਲਕੁਲ ਉਹਦੇ ਫੁੱਟ ਸਟੈਪ 'ਤੇ ਚੱਲ ਰਹੇ ਨੇ। ਪਰ ਜੇ ਆਪਾਂ ਇਹ ਕਹੀਏ ਵੀ ਸਾਹਿਬ ਬੇਅੰਤ ਸਿੰਘ ਬਣ ਜਾਣਗੇ, ਇਹ ਪੋਸੀਬਲ ਨਹੀਂ ਹੈ, ਕਿਉਂਕਿ ਸਾਡਾ ਸੋਸ਼ਲ ਸਿਸਟਮ ਬਦਲ ਗਿਆ। ਉਹ ਤਾਂ ਪੈਦਲ ਵੀ ਤੁਰ ਕੇ ਚਲੇ ਜਾਂਦੇ ਸੀ ਜੀ, ਉਹ ਤਾਂ ਲੋਕਾਂ ਦੇ ਪਿੰਡਾਂ 'ਚ ਸਮਝੌਤੇ ਕਰਾਉਂਦੇ ਫਿਰਦੇ ਰਹਿੰਦੇ ਸੀ। ਉਹਨਾਂ ਨੂੰ ਤਾਂ ਹਰ ਪਰਿਵਾਰ ਦਾ, ਆਪਣੀ ਹਲਕੇ ਦੇ ਹਰ ਪਰਿਵਾਰ ਦਾ, ਆਪੋਜੀਸ਼ਨ ਦਾ ਵੀ ਪਤਾ ਸੀਗਾ। ਉਹ ਤਾਂ ਸਾਡੇ ਵਰਗੇ ਬੰਦਿਆਂ ਨੂੰ, ਜਾਂ ਕੋਈ ਬੰਦਾ, ਮੈਂ ਤੁਹਾਨੂੰ ਇੱਕ ਦੱਸਦਾ, ਉਹ ਤਾਂ ਇਹੋ ਜਿਹੇ ਸੀਗੇ ਜੀ। ਇੱਕ ਵਾਰ ਘਰੋਂ ਉਹ ਜਾ ਰਹੇ ਨੇ ਸੈਕਟਰੀਏਟ ਨੂੰ, ਇੱਕ ਪਹਿਲ ਹਲਕੇ ਦਾ ਬੰਦਾ ਤੁਰਿਆ ਜਾ ਰਿਹਾ, ਉਹਨਾਂ ਨੇ ਡਰਾਈਵਰ ਨੂੰ ਕਿਹਾ ਫੜੋ ਵੀ ਰੋਕ ਗੱਡੀ,
ਗੱਡੀ ਰੁਕਵਾਈ, ਕਹਿੰਦਾ ਇਹਨੂੰ ਬੰਦਾ ਜਿਹੜਾ ਜਾ ਰਿਹਾ ਸੀ ਕਹਿੰਦੇ ਐਸਪੀ ਨੂੰ ਕਹਿੰਦੇ ਇਹਨੂੰ ਵਿੱਚ ਗੱਡੀ ਦੇ ਬਿਠਾ ਸੈਕਟਰੀਏਟ ਲੈ ਕੇ ਆ ਜੀ, ਤੇ ਕਹੂਗਾ ਵੀ ਚੀਫ ਮਿਨਿਸਟਰ ਬਣ ਗਿਆ, ਮੇਰੇ ਕੋਲ ਘੂੰ ਕਰਦਾ ਲੰਘ ਗਿਆ। ਮਤਲਬ ਉਹ ਤਾਂ ਇਸ ਤਰ੍ਹਾਂ ਲੋਕਾਂ ਨਾਲ ਜੜੇ ਹੋਏ ਸੀ। ਉਹੋ ਜਿਹਾ ਬਣਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹ ਹਾਲਾਤ ਹੋਰ ਸੀਗੇ, ਬੱਸਾਂ 'ਚ ਵੀ ਜਾਇਆ ਜਾ ਸਕਦਾ ਸੀ। ਕਿਉਂਕਿ ਹੁਣ ਤਾਂ ਜਿਹੜੀ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਸਿਕਿਉਰਿਟੀ ਹੈ, ਉਹ ਸਿਕਿਉਰਿਟੀ ਕਰਕੇ ਵੀ ਮਸਲਾ ਉਸ ਤਰ੍ਹਾਂ ਪਰਿਵਾਰ ਵਿਚਰ ਨਹੀਂ ਸਕਦਾ ਜਿਸ ਤਰ੍ਹਾਂ ਵਿਚਰਨਾ ਚਾਹੀਦਾ। ਪਰ ਪਰਿਵਾਰ ਦੀ ਮੈਂ ਇੱਕ ਬਹੁਤ ਵੱਡੀ ਵੀਕਨੈਸ ਇਹ ਦੱਸਦਾ ਵੀ ਉਹ ਦੇਖੋ 3 ਵਾਰੀ MP ਬਣ ਗਿਆ, 2 ਵਾਰ ML, ਮਤਲਬ ਸਾਰਾ ਟੱਬਰੇ ਮਤਲਬ ਉਹਦਿਆਂ ਤੇ ਰਹਿ ਗਿਆ। ਉਹ ਯਾਦਗਾਰ ਅਜੇ ਤੱਕ ਵੀ ਨਹੀਂ ਬਣੀ। ਉਹ ਇੰਨਾ ਵੀ ਨਹੀਂ ਕੁਛ ਕਰ ਸਕੇ। ਘੱਟ ਤੋਂ ਘੱਟ ਯਾਦਗਾਰ ਤਾਂ ਬਣ ਜਾਣੀ ਚਾਹੀਦੀ ਸੀ, ਕਿਸੇ ਨੂੰ ਪਤਾ ਤਾਂ ਲੱਗ। ਉਹ ਤਾਂ ਕਹਿੰਦੇ ਹੁੰਦੇ ਯਾਦਗਾਰ ਇੱਦਾਂ ਦੀ ਬਣਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਜਿਹੜੇ ਬਾਹਰਲੇ ਡਿਗਨਿਟਰੀ ਆਉਂਦੇ ਨੇ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਜਾਂਦੇ ਨੇ, ਇੱਥੇ ਵੀ ਜਿੰਨੇ VIP ਆਇਆ ਕਰਨਗੇ ਚੰਡੀਗੜ੍ਹ ਤੋਂ ਜਾਇਆ ਕਰਨਗੇ ਜੀ। ਤੇ ਉਹਨਾਂ ਨੇ ਨਹੀਂ ਕੀਤਾ ਕੁਛ। ਇਹ ਕੰਮ 'ਚ ਇਹਨਾਂ ਦੀ ਪਰਿਵਾਰ ਦੀ ਬਹੁਤ ਵੱਡੀ ਘਾਟ ਆ। ਇਹਨਾਂ ਨੇ ਯਾਦਗਾਰ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਹੜਾ ਕਿ ਇਹਨਾਂ ਨੂੰ ਦੇਣਾ ਚਾਹੀਦਾ ਜੀ। ਉਜਾਗਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਉਹਨਾਂ ਦੇ ਜੀਵਨ ਬਾਰੇ ਕਿ ਬਹੁਤਾ ਸਮਾਂ ਉਹ ਕਾਂਗਰਸ ਭਵਨ ਦੇ ਵਿੱਚ ਬਿਤਾਉਂਦੇ ਸੀਗੇ ਤੇ ਅੱਜ ਦੀ ਜਿਹੜੀ ਅਜੋਕੀ ਰਾਜਨੀਤੀ ਆ ਉਹਦੇ ਵਿੱਚ ਵੀ ਨਵਜੋਤ ਸਿੱਧੂ ਪ੍ਰਧਾਨ ਬਣੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਉਹਨਾਂ ਦਾ ਵੀ ਕਹਿਣਾ ਹੈ ਕਿ ਮੈਂ ਵੀ ਲੋਕਾਂ ਨੂੰ ਸਮਰਪਿਤ ਹਾਂ ਤੇ ਮੈਂ ਵੀ ਆਪਣਾ ਜਿਹੜਾ ਮੰਜਾ ਬਿਸਤਰਾ ਹੈ ਉੱਥੇ ਲਾ ਲੈਣਾ ਕਾਂਗਰਸ ਭਵਨ ਦੇ ਵਿੱਚ। ਕਿੰਨਾ ਕੁ ਫਰਕ ਆ ਉਦੋਂ ਦੀ ਰਾਜਨੀਤੀ ਤੇ ਅੱਜ ਦੀ 'ਚ? ਦੇਖੋ ਬਹੁਤ ਅੱਛੀ ਗੱਲ ਆ, ਜੇ ਨਵਜੋਤ ਸਿੰਘ ਇਹ ਗੱਲ ਕਹਿ ਰਹੇ ਨੇ ਤਾਂ ਮੈਂ ਉਸ ਨੂੰ ਵੈਲਕਮ ਕਰਦਾ। ਉਹਨਾਂ ਨੂੰ ਜੇ ਕਰਦੇ ਨੇ ਤਾਂ ਬਹੁਤ ਅੱਛਾ, ਔਰ ਜੇ ਉਹ ਬੈਠਣਗੇ ਤਾਂ ਪੰਜਾਬ ਦੇ ਲੋਕਾਂ ਨਾਲ ਜੁੜ ਜਾਣਗੇ। ਕਿਉਂਕਿ ਸਾਹਿਬ ਬੇਅੰਤ ਸਿੰਘ ਦਾ ਪੰਜਾਬ ਦਾ ਪਿੰਡ ਨਹੀਂ ਸੀ ਕੋਈ ਛੱਡਿਆ ਜੀ। ਇਹ ਤਾਂ ਕਰਦੇ ਨੇ ਅਜੇ ਤੱਕ, ਅਜੇ ਨਵੇਂ ਬਣੇ ਨੇ, ਚਲੋ ਅਜੇ MLA ਦੀਆਂ ਮੀਟਿੰਗਾਂ ਕਰ ਲਈਆਂ, ਪਾਰਟੀ ਦੀਆਂ ਮੀਟਿੰਗਾਂ ਕਰ ਲਈਆਂ। ਇਹਨਾਂ ਨੂੰ ਇੱਕ ਚਲੋ ਕਿਸਾਨ ਅੰਦੋਲਨ ਚੱਲਦਾ ਸ਼ਾਇਦ ਇਸ ਕਰਕੇ ਵੀ ਨਾ ਜਾਂਦੇ ਹੋਣ। ਤੇ ਪਰ ਜੇ ਪਿੰਡਾਂ 'ਚ ਜਾਣਗੇ, ਲੋਕਾਂ ਨਾਲ ਜੁੜਨਗੇ ਤੇ ਬਹੁਤ ਅੱਛੀ ਗੱਲ ਹੈ। ਪਰ ਉਹਨਾਂ ਵਰਗਾ ਬਣਨਾ ਬਹੁਤ ਮੁਸ਼ਕਿਲ ਆ। ਦੇਖੋ ਉਹਨਾਂ ਦਾ ਕੀ ਸੀਗਾ, ਸਿੰਪਲ ਦਾਲ ਫੁਲਕਾ, ਰਾਤ ਦੀ ਬਣੀ ਹੋਈ ਦਾਲ ਨੂੰ ਸਵੇਰੇ ਫੁਲਕੇ ਨਾਲ ਖਾ ਲੈਂਦੇ ਦੋ ਜੀ। ਉਹ ਤਾਂ ਬਹੁਤ ਸਿੰਪਲ ਸੀਗੇ। ਉਹ ਤਾਂ ਜਿਹੜੇ ਕੋਈ ਨਾਈਟ ਸੂਟ ਨਹੀਂ ਸੀ ਰੱਖਦੇ, ਉਹ ਜਿਹੜਾ ਦਿਨ ਨੂੰ ਕੱਪੜੇ ਪਾਏ ਨੇ ਉਹੀ ਰਾਤ ਨੂੰ ਪਾ ਕੇ ਪੈ ਜਾਂਦੇ ਸੀਗੇ। ਤੇ ਸਵੇਰ ਨੂੰ ਉਹਨਾਂ ਨੂੰ ਇਹ ਸਿੱਧੇ ਪੱਧਰੇ ਕਰਕੇ ਪਾ ਲੈਂਦੇ ਸੀਗੇ। ਉਹਨਾਂ ਦੇ ਵਿੱਚ ਉਹ ਬਹੁਤ ਸਿੰਪਲ ਸੀਗੇ। ਉਹਨਾਂ ਦੇ ਕਮਰੇ ਦੇ ਵਿੱਚ ਤਾਂ AC ਵੀ ਨਹੀਂ ਸੀਗਾ ਜੀ। ਹਾਲਾਂਕਿ ਤੁਸੀਂ ਹੈਰਾਨ ਹੋਵੋਗੇ, ਪੰਜਾਬ ਕਾਂਗਰਸ ਭਵਨ ਦੇ ਜਿਹੜਾ ਹੋਰ 1-2 ਕਮਰਿਆਂ 'ਚ AC ਲੱਗੇ ਸੀ, ਉਹਨਾਂ ਦੇ ਕਮਰੇ ਤਾਂ AC ਵੀ ਨਹੀਂ ਸੀਗਾ। ਉਹਨਾਂ ਦੇ ਕਮਰੇ 'ਚ ਤਾਂ ਕੂਲਰ ਲੱਗਿਆ ਹੋਇਆ ਸੀ। ਇਸ ਕਰਕੇ ਇਹ ਛੱਡੋ ਤੁਸੀਂ, ਉਹਨਾਂ ਦੀ ਸਿੰਪਲਿਸਿਟੀ ਤਾਂ ਇੰਨੀ ਸੀ। ਉਹਨਾਂ ਦੇ ਜਿੰਨੀ ਦੇਰ ਉਹ ਚੀਫ ਮਿਨਿਸਟਰ ਬਣਨ ਤੱਕ ਉਹਨਾਂ ਦਾ ਜਿਹੜਾ ਘਰ ਸੀਗਾ ਜੀ, ਉਹ ਘਰ ਵੀ ਬਿਲਕੁਲ ਸਿੰਪਲ ਸੀਗਾ। ਕੋਈ ਡਰਾਇੰਗ ਰੂਮ ਵਗੈਰਾ ਇੱਦਾਂ ਦਾ ਨਹੀਂ ਸੀਗਾ। ਤੁਸੀਂ ਹੈਰਾਨ ਹੋਵੋਗੇ, ਸੋਫੇ ਵੀ ਨਹੀਂ ਸੀਗੇ ਘਰ ਦੇ ਵਿੱਚ ਜੀ। ਬੈੱਡ ਵੀ ਉਹ ਸੀਗੇ ਜਿਹੜੇ ਸੂਤ ਦੇ ਬੈੱਡ ਆਮ ਹੁੰਦੇ ਨੇ ਪਿੰਡਾਂ ਦੇ ਵਿੱਚ। ਆਹ ਗਦਾਲੇ ਤਾਂ ਹੈ ਹੀ ਨਹੀਂ ਸੀ। ਤੇ ਉਹ ਜਿਹਾ ਬਣਨਾ ਬਹੁਤ ਔਖਾ ਜੇ ਨਵਜੋਤ ਸਿੰਘ ਸਿੱਧੂ। ਪਰ ਮੇਰਾ ਖਿਆਲ ਆ ਨਵਜੋਤ ਸਿੰਘ ਸਿੱਧੂ ਲਈ ਬਣਨਾ ਇਸ ਕਰਕੇ ਸੰਭਵ ਹੈ ਕਿਉਂਕਿ ਸਿਸਟਮ ਬਦਲ ਗਿਆ। ਉਦੋਂ ਸਿਸਟਮ ਹੋਰ ਸੀਗਾ, ਹੁਣ ਸਿਸਟਮ ਹੋਰ ਹੈ। ਹੁਣ ਤਾਂ ਸਾਰੇ ਹੀ AC ਨੇ। ਹੁਣ ਤਾਂ ਤੁਸੀਂ ਕਾਂਗਰਸ ਭਵਨ ਜਾ ਕੇ ਦੇਖੋ, ਉਹ ਤਾਂ 5 ਸਟਾਰ ਹੋਟਲ ਲੱਗਦਾ। ਉੱਥੇ ਤਾਂ ਇੰਨੇ ਸੋਹਣੇ ਥੱਲੇ ਮਾਰਬਲ ਲੱਗੇ ਹੋਏ ਨੇ। ਉਹ ਜਿਹਾ ਬਣਨਾ ਮੁਸ਼ਕਿਲ ਹੈ। ਤੇ ਉਹ ਤਾਂ ਮਤਲਬ ਚਲੋ ਸ਼ੁਭ ਇਛਾਵਾਂ ਨੇ ਮੇਰੀਆਂ ਤਾਂ ਜੇ ਉਸ 'ਤੇ ਚੱਲਣ, ਪਰ ਮੇਰਾ ਨਹੀਂ ਖਿਆਲ ਆ। ਮੈਂ ਤਾਂ ਉਹਨਾਂ ਤੋਂ ਬਾਅਦ ਕਿੰਨੇ ਪ੍ਰਧਾਨ ਦੇਖ ਲਏ। ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋ ਵੀ ਬਣਿਆ ਸੀ, ਉਹ ਵੀ ਮਤਲਬ ਗਰਾਊਂਡ ਲੈਵਲ ਦਾ ਸੀ। ਕਈ ਬਣੇ, ਪ੍ਰਤਾਪ ਸਿੰਘ ਬਾਜਵਾ ਵੀ ਬਣਿਆ। ਪਰ ਉਹ ਜਿਹੜੀ ਉਹ ਜੀਵਨ ਆ, ਉੱਥੇ ਕੋਈ ਇੱਕ ਰਾਤ ਵੀ ਨਹੀਂ ਰਿਹਾ। ਉਹਨਾਂ ਦੇ ਕਮਰੇ 'ਚ ਕੋਈ ਨਹੀਂ ਰਿਹਾ। ਜੇ ਕੋਈ ਰਹਿਣਗੇ ਤਾਂ ਬਹੁਤ ਚੰਗੀ ਗੱਲ ਹੈ। ਇਹਦੇ ਨਾਲ ਪੰਜਾਬ ਦੇ ਜਿਵੇਂ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਆ ਕੇ ਉੱਥੇ ਆਉਣਗੇ। ਉਹ ਕਾਂਗਰਸੀਆਂ ਤਾਂ ਮੱਕਾ ਕਾਂਗਰਸ ਭਵਨ ਬਿਲਕੁਲ ਜੀ, ਤੇ ਉਹ ਚੰਗੀ ਗੱਲ ਆ ਜੀ ਬੈਠਣ। ਪਰ ਮੇਰਾ ਖਿਆਲ ਆ ਵੀ ਇਹ ਵਰਤਮਾਨ ਹਾਲਾਤ 'ਚ ਮੁਸ਼ਕਿਲ ਲੱਗਦੀ ਹੈ ਜੀ। ਉਜਾਗਰ ਸਿੰਘ ਜੀ, ਤੁਸੀਂ ਬੇਅੰਤ ਸਿੰਘ ਦੇ ਜੀਵਨ ਦੇ ਪਹਿਲੂਆਂ ਦੇ ਉੱਤੇ ਪੂਰੀ ਝਾਤ ਪਾਈ, ਦੱਸਿਆ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ, ਕਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਸਾਧਨ ਰਾਹੀਂ ਕਈ ਗੱਲਾਂ ਜਿਹੜੀਆਂ ਮੈਨੂੰ ਪਤਾ ਸੀ ਮੈਂ ਉਹ ਜਾਣੂ ਕਰਵਾ ਸਕਿਆ। ਮੈਂ ਨਾ ਚਾਹੁੰਦੇ ਹੋਏ ਨੇ ਵੀ ਜਾਣੂ ਕਰਵਾਈਆਂ ਨੇ ਜੀ। ਇਹ ਸਨ ਸਾਡੇ ਨਾਲ ਰਿਟਾਇਰਡ DPRO ਸਰਦਾਰ ਉਜਾਗਰ ਸਿੰਘ ਜੀ, ਜਿਨ੍ਹਾਂ ਨੇ ਸਰਦਾਰ ਬੇਅੰਤ ਸਿੰਘ ਦੇ ਜੀਵਨ ਬਾਰੇ ਕਾਫੀ ਕੁਝ ਦੱਸਿਆ ਹੈ, ਕਾਫੀ ਪਲਾਂ ਦੇ ਬਾਰੇ ਚਰਚਾ ਕੀਤੀ ਹੈ, ਜੋ ਉਹਨਾਂ ਦੇ ਨਾਲ ਪਲ ਬਿਤਾਏ ਜਾਂ ਉਹਨਾਂ ਦਾ ਰਾਜਨੀਤਿਕ ਸਫ਼ਰ ਕਿਹੋ ਜਿਹਾ ਸੀ। ਅਜਿਹੀ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।